ਮਹਾਰਾਜ ਦੇ ਬਚਨ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਕਿ ਪ੍ਰਮਾਤਮਾ ਜਿਹੜਾ ਆ ਉਹ ਸੰਗਤ ਦੇ ਵਿੱਚ ਨਿਵਾਸ ਕਰਦਾ ਹੈ। ਕਿਉਂ ਜੇ ਤਾਂ ਵਿਰਾਟ ਰੂਪ 'ਚ ਦੇਖੀਏ, ਇਹ ਜਿੰਨਾ ਵੀ ਸੰਸਾਰ ਆ ਦਿਸਦਾ ਚਾਹੇ ਅਣਦਿਸਦਾ ਹੈਗਾ ਉਸੇ ਦਾ ਹੀ ਰੂਪ ਆ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਜਿੰਨੇ ਵੀ ਖੰਡ ਬ੍ਰਹਿਮੰਡ ਆ, ਅੰਡ ਆ, ਪਿੰਡ ਆ, ਸਰੀਰ ਆ, ਇਹ ਸਾਰਿਆਂ ਦੇ ਵਿੱਚ ਸੱਤਾ ਉਸੇ ਦੀ ਕੰਮ ਕਰਦੀ ਹੈ। ਜੇ ਤਾਂ ਤੱਤਾਂ ਕਰਕੇ ਦੇਖਦੇ ਹਾਂ ਤੇ ਆਕਾਸ਼ ਦੀ ਅੰਸ਼ ਵੀ ਇਹ ਸਾਰਿਆਂ 'ਚ ਹਵਾ, ਪਾਣੀ ਹੈ, ਆਗਿਆ ਤੇ ਧਰਤੀ ਹੈ। ਤੇ ਆਤਮਾ ਕਰਕੇ ਦੇਖੀਏ ਉਹ ਵੀ ਸਾਰਿਆਂ 'ਚ ਉਹੀ ਹੈ। ਤੇ ਜੇ ਹੁਣ ਵਿਚਾਰੀਏ ਅੱਖਾਂ ਹੀ ਦੇ ਲੋ ਸਭ ਦਾ ਦੇਖਣ ਦੀਆਂ ਕੰਮ ਕਰਦੀਆਂ, ਇੱਥੇ ਵੀ ਏਕਤਾ ਸਿੱਧ ਹੁੰਦੀ ਹੈ। ਇਹ ਕੰਨ ਸਭ ਦੇ ਸੁਣਨ ਦਾ ਹੀ ਕਰਦੇ ਆ, ਜ਼ੁਬਾਨ ਬੋਲਣ ਦਾ ਹੀ ਕਰਦੀ ਹੈ, ਨਾਸਕਾ ਦੁਰਗੰਧੀ ਸੁਗੰਧੀ ਦਾ ਅਨੁਭਵ ਸਾਰਿਆਂ ਦੀ ਇਵੇਂ ਕਰਦੀ ਹੈ। ਹੱਥ ਆ ਉਹ ਵੀ ਪਕੜਨ ਦਾ ਹੀ ਹੈ, ਪੈਰਾਂ ਦਾ ਚੜ੍ਹਨ ਦਾ ਹੀ ਹੈ। ਚਮੜੀ ਹੈ ਉਹ ਵੀ ਸਪਾਰਿਸ਼ ਦਾ ਦੱਸਦੀ ਹੈ। ਮਨ ਆ ਉਹ ਵੀ ਫੁਰਨਾ ਕਰਦਾ, ਬੁੱਧੀ ਉਹ ਵੀ ਗ੍ਰਹਿਣ ਕਰਦੀ ਹੈ। ਹੁਣ ਇੱਥੇ ਏਕਤਾ ਸਿੱਧ ਹੁੰਦੀ ਹੈ ਤੇ ਫਰਕ ਪੈਂਦਾ ਹੈਗਾ ਸੰਗਤ ਕੋ ਸੰਗਤ ਦੇ ਪ੍ਰਭਾਵ ਨੂੰ। ਹੁਣ ਜੇ ਆਖਿਆ ਅੱਖ 'ਚ ਦੇਖ ਲਓ ਮਾੜਾ ਜਿਹਾ ਵੀ ਕੋਈ ਜ਼ਰਾ ਪੈ ਜਾਏ, ਦੂਜੀ ਚੀਜ਼ ਨੂੰ ਉਹ ਵੀ ਬਰਦਾਸ਼ਤ ਨਹੀਂ ਕਰਦੀ, ਉਹ ਵੀ ਏਕਤਾ ਚਾਹੁੰਦੀ ਹੈ। ਚਮੜੀ 'ਚ ਕਿਤੇ ਸਿਲਤ ਲੱਗ ਜਾਏ ਉਹ ਵੀ ਚਾਹੁੰਦੀ ਨਹੀਂ ਵੀ ਮੇਰੇ ਜਿੱਥੇ ਲੱਗ ਗਈ ਹੈ। ਨੱਕ 'ਚ ਕੋਈ ਚੀਜ਼ ਹੋ ਜਾਏ ਜਦ ਤੱਕ ਨਿਕਲਦੀ ਨਹੀਂ ਚੈਨ ਨਹੀਂ, ਉਹ ਵੀ ਦੂਜੀ ਚੀਜ਼ ਚਾਹੁੰਦਾ ਨਹੀਂ। ਦੰਦ 'ਚ ਕੋਈ ਚੀਜ਼ ਫਸ ਜਾਏ ਉਹ ਜੀਭ ਉੱਥੇ ਨੂੰ ਜਾਊ, ਉਹ ਵੀ ਬਾਹਰਲੀ ਚੀਜ਼ ਚਾਹੁੰਦਾ ਨਹੀਂ। ਇਸੇ ਤਰ੍ਹਾਂ ਹੀ ਹਾਂਜੀ ਕੰਨਾਂ 'ਚ ਲੈ ਲਓ, ਕਿਤੇ ਕੀੜਾ ਵੜ ਜਾ ਨਿਕਲਦਾ ਨਹੀਂ, ਸ਼ਾਂਤੀ ਨਹੀਂ ਹੁੰਦੀ। ਮਤਲਬ ਸਰੀਰ ਦਾ ਕੋਈ ਵੀ ਅੰਗ ਆ ਉਹ ਵੀ ਦੇਖ ਲਓ ਦੂਸਰਾਪਨ ਨਹੀਂ ਚਾਹੁੰਦਾ। ਅੰਗ ਵੀ ਏਕਤਾ ਦੇ ਪ੍ਰਤੀਕ ਹੈਗੇ ਆ। ਪਰ ਜਦੋਂ ਹੁਣ ਕੋਈ ਸੰਗਤ ਕਰਦਾ ਉਹ ਫਿਰ ਇਹਨਾਂ ਦੀ ਦੁਰਵਰਤੋਂ ਸ਼ੁਰੂ ਹੋ ਜਾਂਦੀ ਹੈ। ਕੁਦਰਤ ਲੋ ਦੇਖੋ ਕਿ ਸਾਰੀ ਚੀਜ਼ ਏਕਤਾ में ही ਹੈ। ਇਸ ਤਰ੍ਹਾਂ ਜਿੰਨਾ ਇਹ ਬ੍ਰਹਿਮੰਡ ਹੈ ਜਾਂ ਹੋਰ ਹੈਗੇ ਆ ਤੇ ਉਹ ਸਾਰਿਆਂ ਵਿੱਚ ਉਹ ਪਰਮੇਸ਼ਰ ਦੀ ਸੱਤਾ ਜਿਹੜੀ ਕੰਮ ਕਰਦੀ ਹੈ। ਤੇ ਜਿੰਨਾ ਚਿਰ ਜੀਂਦਾ ਆ ਔਰ ਮਰਦਾ, ਮਰਨ ਤੋਂ ਬਾਅਦ ਵੀ ਦੇਖ ਲਓ ਵੀ ਤੱਤ ਜਿਹੜੇ ਉਹ ਤੱਤਾਂ 'ਚ ਰਲ ਜਾਂਦੇ ਆ, ਆਤਮਾ ਆਪਣੀ ਚੇਤਨ ਸ਼ਕਤੀ ਰਲ ਜਾਂਦੀ ਹੈ। ਤੇ ਜਿਨ੍ਹਾਂ ਨੂੰ ਤੇ ਨੁਕਤਾ ਸਮਝ ਆ ਗਿਆ ਉਹਨਾਂ ਦਾ ਤਾਂ ਫਿਰ ਜਨਮ ਮਰਨ ਦਾ ਖੇਲ ਖਤਮ ਹੋ ਜਾਂਦਾ। ਜਿਹਨੂੰ ਸਮਝ ਨਹੀਂ ਆਇਆ ਉਹ ਇਸ ਚੱਕਰ 'ਚ ਫੇਰ ਘੁੰਮੀ ਜਾਂਦਾ। ਹਾਂਜੀ ਇਹਦੇ ਹੁਣ ਸਮਝਣ ਸਮਝਾਉਣ ਵਾਸਤੇ ਦੁਨਿਆਵੀ ਤੌਰ 'ਤੇ ਲੈ ਲਓ ਕਿ ਜੇ ਆਪਾਂ ਆਰਥਿਕ ਪੱਖੋਂ ਉੱਥੇ ਵੀ ਸਾਨੂੰ ਦੁਨਿਆਵੀ ਹਾਂਜੀ ਸਕੂਲ ਆ, ਕਾਲਜ ਆ ਜਾਂ ਯੂਨੀਵਰਸਿਟੀਆਂ ਜੋ ਵੀ ਹੈ ਸੋਝੀ ਲੈਣ ਲਈ ਉੱਥੋਂ ਗਿਆਨ ਲੈਣ ਲਈ ਜਾਣਾ ਪੈਂਦਾ। ਪਹਿਲਾਂ ਘਰੋਂ ਕੁਝ ਮਾਂ ਪਿਓ ਵੱਲੋਂ ਵਿਚਾਰ ਮਿਲਦੇ ਆ ਤੇ ਜੇ ਉਹ ਸਾਰਾ ਸਮਝਾਉਣ ਲਈ ਸਮਰੱਥ ਹੋਣ ਤੇ ਫਿਰ ਉਹਨਾਂ ਨੂੰ ਸਕੂਲਾਂ ਕਾਲਜਾਂ ਦੀ ਲੋੜ ਨਹੀਂ।
ਪਰ ਜਿੰਨੀ ਉਹਨਾਂ ਕੋਲ ਮੱਤ ਹੁੰਦੀ ਉਹ ਦਿੰਦੇ ਆ। ਉਹ ਤੋਂ ਬਾਅਦ ਫਿਰ ਬੱਚਾ ਸਿਆਣਾ ਹੋਵੇ, ਹਾਂਜੀ, ਅਤੇ ਅੱਗੇ ਵਧੇ, ਡਾਕਟਰ ਬਣਨਾ, ਇੰਜੀਨੀਅਰ ਬਣਨਾ, ਜਾਂ ਕੋਈ ਸਾਇੰਸਿਸਟ ਆ, ਜਾਂ ਦੁਨਿਆਵੀ ਹੋਰ ਵਿਦਿਆ ਬੇਅੰਤ ਤਰ੍ਹਾਂ ਦੀਆਂ, ਸਾਹਿਤ ਸੰਗੀਤ ਵਗੈਰਾ ਬਹੁਤ ਕੁਛ ਆ। ਉਹਦੇ ਲਈ ਫਿਰ ਇਹ ਉਸਤਾਦਾਂ ਦੀ ਸੰਗਤ 'ਚ ਜਾਂਦਾ। ਇਹ ਤਾਂ ਇੱਕ ਦੁਨਿਆਵੀ ਪੱਖ, ਦੁਨਿਆਵੀ ਵਿਦਿਆ ਚੱਲਦੀ ਹੈ। ਉਹਦੇ ਨਾਲ ਬੰਦਾ ਮਨ ਆਪਣਾ ਕਿਵੇਂ ਪੈਦਾ ਕਰਨਾ, ਮਾਇਆ ਕਿਵੇਂ ਕਰਨੀ ਹੈ, ਰਹਿਣ ਸਹਿਣ, ਇੱਥੇ ਤੱਕ ਹੀ ਸੀਮਿਤ ਰਹਿ ਜਾਂਦਾ। ਚਾਹੇ ਉਹ ਸਮਾਜਿਕ ਪੱਖ ਆ, ਚਾਹੇ ਰਾਜਨੀਤਿਕ ਹੈ, ਚਾਹੇ ਵਿਹਾਰ ਆ। ਇੱਕ ਪੱਖ ਫਿਰ ਅਗਲਾ ਪਰਮਾਰਥਕ ਪੱਖ ਆ ਜੀ। ਅਤੇ ਉਹਨੂੰ ਜੇ ਆਪਾਂ ਇੱਕ ਪਾਸੇ ਛੱਡ ਦਿਆਂਗੇ, ਫਿਰ ਅਸੀਂ ਦੁਨੀਆ ਵਿੱਚ ਤਾਂ ਕੋਈ ਮਾਨ ਸਤਿਕਾਰ, ਇਹ ਚੀਜ਼ਾਂ ਪੈਦਾ ਕਰ ਲਾਂਗੇ, ਪਰ ਉਹ ਅਗਲਾ ਸਾਡਾ ਰਸਤਾ ਜਿਹੜਾ ਪਰਲੋਕ ਦਾ ਉਹ ਨਹੀਂ ਬਣੇਗਾ, ਖੁੱਲ੍ਹੇਗਾ ਨਹੀਂ, ਉਹ ਨਹੀਂ ਹੋਏਗਾ। ਕਿਉਂਕਿ ਸੰਸਾਰ ਵੀ ਇੱਕ ਸਕੂਲ ਆ ਜੀ। ਜਿਵੇਂ ਬੱਚਾ ਫੇਲ ਹੁੰਦਾ ਉਦੋਂ ਤੱਕ ਉਹ ਸਕੂਲ 'ਚ ਘੁੰਮੇ ਜਾਂਦਾ, ਇਹ ਡਿਗਰੀ ਡਿਪਲੋਮਾ ਲੈ ਲੈਂਦਾ, ਫਿਰ ਸਕੂਲ 'ਚ ਛੁੱਟੀ ਹੋ ਜਾਂਦੀ, ਕਾਲਜ ਯੂਨੀਵਰਸਿਟੀ 'ਚੋਂ, ਮੇਰਾ ਹੁਣ ਪੜ੍ਹਾਈ ਮੁੱਕ ਗਈ। ਇਸ ਤਰ੍ਹਾਂ ਸੰਸਾਰ ਦੇ ਉੱਤੇ ਵੀ ਐਸਾ ਹੀ ਆ ਕਿ ਜੇ ਆਪਾਂ ਸੰਸਾਰ ਦੇ ਉੱਤੇ ਇਹ ਪ੍ਰੀਖਿਆ ਪਾਸ ਨਹੀਂ ਕੀਤੀਆਂ, ਕਿਉਂਕਿ ਬੰਦੇ ਦੇ ਮਨ ਦੇ ਵਿੱਚ ਇਹ 5 ਦੋਸ਼ ਵੀ ਹੈਗੇ ਆ, 5 ਵਿਕਾਰ ਆ, ਅਤੇ ਜਿਹੜਾ ਤਾਂ ਇਹਨਾਂ 'ਚੋਂ ਆਪਣੀ ਪ੍ਰੀਖਿਆ ਪਾਸ ਕਰ ਗਿਆ ਅਤੇ ਉਹਦੇ ਤਾਂ ਅਗਲਾ ਰਸਤਾ ਖੁੱਲ੍ਹਦਾ, ਨਹੀਂ ਤਾਂ ਫਿਰ ਇਹ ਜਿਹੜੀਆਂ ਕਸੰਗਤਾਂ ਇਹਨੂੰ ਮੁੜ ਮੁੜ ਕੇ ਫਿਰ ਜੂਨੀ ਚੱਕਰ 'ਚ ਘੁਮਾਉਂਦੀਆਂ। ਉਹਦੇ ਲਈ ਫਿਰ ਬੰਦਾ ਅਸ਼ਾਂਤ ਹੋ ਜਾਂਦਾ, ਚੋਰੀ ਕਰਦਾ, ਜਾਰੀ ਕਰਦਾ, ਬਦਮਾਸ਼ੀ ਕਰਦਾ, ਉਹ ਕਰਦਾ ਇਹੀ ਆਪਾਂ ਤੋਂ ਮੇਰਾ ਮਨ ਸ਼ਾਂਤ ਹੋ ਜਾਏ, ਪਰ ਉਹ ਅਸ਼ਾਂਤੀ ਵੱਧਦੀ ਜਾਂਦੀ ਹੈ, ਉਹ ਪਾਪ ਪੱਥਰ ਬਣਦੇ, ਪੰਡ ਭਾਰੀ ਹੋ ਜਾਂਦੀ ਹੈ। ਜਿੱਲੇ ਫਿਰ ਬੋਝ ਚੁੱਕ ਨਹੀਂ ਹੁੰਦਾ, ਫਿਰ ਦੁਖੀ ਹੁੰਦਾ, ਦੁਖੀ ਹੋਇਆ ਫਿਰ ਇਹ ਹਾਂਜੀ ਆਸਰਾ ਨੂੰ ਕੋਈ ਲੱਜਦਾ, ਫਿਰ ਉਹ ਹਾਂਜੀ ਕਿਸੇ ਨਾ ਕਿਸੇ ਮਹਾਂਪੁਰਖ ਦੀ ਜਾਂ ਸਿਆਣੇ ਦੀ ਸੰਗਤ ਭਾਲਦਾ, ਫਿਰ ਉਹ ਕੋਈ ਰਾਹ ਦੱਸਦੇ ਵੀ ਤੂੰ ਉਹ ਕਰ, ਇਸ ਤਰ੍ਹਾਂ ਕਰ, ਕਿ ਜੇ ਤਾਂ ਫਿਰ ਉਹਨਾਂ ਦੇ ਦੱਸਿਆਂ 'ਤੇ ਉਹ ਚੱਲਦਾ, ਫਿਰ ਹੌਲੀ ਹੌਲੀ ਉਹਦੀ ਉਹ ਪੰਡ ਹੌਲੀ ਹੋਣੀ ਸ਼ੁਰੂ ਹੁੰਦੀ ਹੈ, ਅਤੇ ਉਹਨੂੰ ਰਸ ਆਉਂਦਾ, ਇਹ ਕੁਦਰਤੀ ਆਪੇ ਹੀ ਤੁਰ ਪੈਂਦਾ ਗਾਂਹ 'ਤੇ। ਇਸ ਕਰਕੇ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਮੋਤੀ ਮਰਦਾਨਾ ਵਾਲੇ, ਸੰਤ ਸੁੱਚਾ ਸਿੰਘ, ਉਹ ਕਹਿੰਦੇ ਵੀ ਮੈਂ ਉਹਨਾਂ ਦੀ ਸੰਗਤ ਕਰਦਾ ਸੀ, ਅਤੇ ਮਹਾਂਪੁਰਖਾਂ ਦੇ ਜਿਹੜੇ ਬਚਨ ਸੀ ਉਹ ਸੁੱਤੇ ਸਦਰ ਪੂਰੇ ਹੋ ਜਾਂਦੇ ਸੀ। ਪਹਿਲੀ ਗੱਲ ਤਾਂ ਵਾਧੂ ਵਾਲੋ ਕਰਦੇ ਹੀ ਨਹੀਂ, ਜੇ ਕਿਤੇ ਬੋਲਦੇ ਆ ਹਾਂਜੀ ਉਹ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੇ ਬਾਟ ਮਰੀਦਾਂ ਜੋਲੀਏ, ਕਿ ਬੋਲਣਾ ਉਹਨੇ ਸੱਚੇ ਆ। ਅਤੇ ਇਸ ਵਾਸਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਉਹਨਾਂ ਦਾ ਕਈ ਵਾਰੀ ਬਚਨ ਨੇ ਮੈਂ ਪਰਖੇ, ਅਤੇ ਕੋਈ ਵਾਰੀ ਕੋਈ ਪ੍ਰੇਮੀ ਸੀਗੇ, ਅਤੇ ਮੇਰਾ ਸੀ ਵੀ ਮੈਂ ਆਪਣਾ ਨੌਕਰੀ ਕੀਤੀ ਹੈ, ਪੈਨਸ਼ਨ ਲੈਣਾ, ਵੀ ਇਸ ਤਰ੍ਹਾਂ ਨਹੀਂ ਛਕਣਾ ਛੁਪਾਉਣਾ ਕਿਸੇ ਦਾ। ਉਹ ਕਹਿੰਦੇ ਕੋਈ ਸੰਗੀ ਸੀਗੇ ਅਤੇ ਬੜੇ ਉਹ ਪ੍ਰੇਮੀ ਸੀਗੇ, ਅਤੇ ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਮੈਂ ਉਹ ਆਪਣੇ ਹੱਥ ਦੇ ਉੱਤੇ ਸੀਗਾ, ਅਤੇ ਮੈਂ ਆਪਣੇ ਕਿਰਤ ਦਾ ਹੀ ਖਾਣਾ। ਉਹ ਕਹਿੰਦੇ ਪ੍ਰੇਮੀ ਕੋਈ ਇਹੋ ਜਿਹੇ ਸੀਗੇ, ਉਹਨਾਂ ਨੇ ਮਨ 'ਤੇ ਲਾਇਆ ਵੀ ਪਤਾ ਨਹੀਂ ਸਾਡੇ 'ਚ ਕੀ ਦੋਸ਼ ਆ, ਵੀ ਨਹੀਂ ਕਿ ਸਾਡਾ ਖਾਧਾ ਨਹੀਂ। ਉਹ ਨਿਆਣਿਆਂ ਤੱਕ ਸਾਰੇ ਟੱਬਰ ਨੇ ਕੁਛ ਅਗੇ ਨਹੀਂ। ਅੱਛਾ ਜੀ।
ਹਾਂਜੀ ਬਸ ਉਹ ਸਾਰੇ ਭੁੱਖੇ ਬੈਠੇ ਪਿਆਸੇ ਬੈਠੇ ਆ। ਉਹ ਕਹਿੰਦੇ ਐਸਾ ਹੋਇਆ ਕਿ ਮੇਰੇ ਪੇਟ 'ਚ ਸੂਲ ਬਹੁਤ ਹੋਣ ਲੱਗ ਪਿਆ ਤੇ ਦਵਾਈ ਉਹ ਕਹਿੰਦੇ ਵੱਧਦਾ ਹੀ ਤੁਰਿਆ ਗਿਆ। ਜਦੋਂ ਕੋਈ ਉਪਾਅ ਨਾ ਹੋਇਆ ਤੇ ਮੈਂ ਆਪਣਾ ਮੰਜਾ ਚੁਕਵਾ ਕੇ ਤੇ ਧੰਨ ਧੰਨ ਬਾਬਾ ਕਰਮ ਸਿੰਘ ਸਾਹਿਬ ਦੇ ਚਰਨਾਂ 'ਚ ਲੈ ਆਇਆ। ਉਹ ਜਾਣ ਸੀ। ਉਹ ਕਹਿੰਦੇ ਵੀ ਤੂੰ ਕਿ ਉਹਨੇ ਤੈਨੂੰ ਕਿਹਾ ਸੀ ਲੰਗਰ ਛਕਣ ਲਈ, ਤੂੰ ਛਕਿਆ ਨਹੀਂ ਤੇ ਤੈਨੂੰ ਇਹ ਸੀ ਕਿ ਮੈਂ ਆਪਣੀ ਕਿਰਤ ਲੈ ਖਾਣਾ, ਮੇਰੀ ਕਿਰਤ ਆ ਕਿ ਉਹਨਾਂ ਦੀ ਵੀ ਤਾਂ ਕਿਰਤ ਸਹੀ ਹੋਊਗੀ। ਜਿਹੜੇ ਕਹਿੰਦੇ ਸੀ ਇਹ ਤਾਂ ਨਹੀਂ ਵੀ ਤੇਰੀ ਕਿਰਤ ਸਹੀ ਆ, ਵੀ ਉਹ ਨਹੀਂ ਵੀ ਗੁਰਸਿੱਖ ਵੀ ਬਿਆਨਦੇ ਹੈਗੇ ਆ ਜਿਨ੍ਹਾਂ ਦੀ ਕਿਰਤ ਬਿਲਕੁਲ ਸ਼ੁੱਧ ਆ, ਵੀ ਉਹ ਹੁਣ ਇੰਨੇ ਪ੍ਰੇਮੀ ਆ, ਉਹ ਨਹੀਂ ਖਾਂਦਾ ਨਹੀਂ ਤੇ ਉਹ ਤੈਨੂੰ ਤਕਲੀਫ ਹੋ ਰਹੀ ਹੈ। ਉਹ ਫਿਰ ਕਹਿੰਦੇ ਉੱਥੇ ਜਾ ਤੇ ਜਾ ਕੇ ਛਕ। ਕਹਿੰਦੇ ਮੈਂ ਉੱਥੇ ਗਿਆ, ਉਹਨੂੰ ਤਾਂ ਚਾਅ ਚੜ੍ਹ ਗਿਆ ਵਿਚਾਰੇ ਨੂੰ। ਉਹ ਛਕਿਆ ਤੇ ਕਹਿੰਦੇ ਜਿਹੜੇ ਪੀੜ ਸੀ ਹਟ ਗਈ। ਕਿਉਂਕਿ ਦੂਏ ਨੂੰ ਦੁੱਖ ਦੇ ਕੇ ਤੇ ਆਪ ਨੂੰ ਸੁੱਖ ਤਾਂ ਹੁੰਦਾ ਨਹੀਂ ਨਾ। ਉਹ ਫਿਰ ਕਹਿੰਦੇ ਵੀ ਇਸ ਤਰ੍ਹਾਂ ਉਹਨਾਂ ਦੇ ਬਚਨ ਸੁਤੇ ਜਦ ਪੂਰੇ ਹੋ ਜਾਂਦੇ ਸੀ। ਉਹ ਕਹਿੰਦੇ ਮੈਂ ਇੱਕ ਵਾਰੀ ਇਸ ਤਰ੍ਹਾਂ ਭਜਨ ਕਰਦਾ ਹੁੰਦਾ ਸੀ, ਉੱਥੇ ਨੇੜੇ ਉਹ ਮੁੰਡਾ ਇੱਕ ਪਸ਼ੂ ਚਾਰਦਾ ਹੁੰਦਾ ਸੀ। ਉਹਨੂੰ ਕਿਹਾ ਸੀ ਕਿ ਹੋਤੀ ਮਰਦਾਨ ਦੇ ਕੋਈ ਸੰਗਤ ਆ ਜਾ, ਉਹਨੂੰ ਨਾ ਰੋਕੀ ਤੇ ਆਮ ਹੋਣ ਤੇ ਉਹਨਾਂ ਨੂੰ ਨਾ ਇੱਥੇ ਲਿਆਈ। ਉਹ ਕਹਿੰਦੇ ਕੁਦਰਤੀ ਉਹ ਹੋਤੀ ਉਹਨਾਂ ਦੇ ਵਪਾਰੀ ਸੀਗੇ, ਉਹ ਆ ਗਿਆ, ਇਹ ਵੀ ਹੋਤੀ ਮਰਦਾਨ ਦੇ ਸੀਗੇ। ਉਹਨੇ ਕਿਹਾ ਸੰਤਾਂ ਨੂੰ ਮਿਲਣਾ ਤੇ ਕਹਿੰਦੇ ਉਹਨੂੰ ਭੇਜਤਾ। ਉਹ ਹੁਣ ਬਿਹਾਰੀ ਬੰਦੇ ਸੀ। ਕਹਿੰਦੇ ਉਹਨੇ ਆ ਕੇ ਜਿਉਂ ਗੱਲਾਂ ਸ਼ੁਰੂ ਕੀਤੀਆਂ ਵਾਕਫ ਸੀ, ਉਹਨਾਂ ਨੂੰ ਕਹਿ ਸਕਿਆ ਨਾ ਤੇ ਕਹਿੰਦੇ ਉਹ ਜਿਹੜੇ ਮੈਂ ਵਾਧੂ ਗੱਲਾਂ ਅੰਦਰ ਚਲ ਗਈਆਂ, ਭਜਨ 'ਚ ਬੈਠਾ ਤੇ ਬੜਾ ਕਲੇਸ਼ ਜਿਹਾ ਹੋ ਗਿਆ ਤੇ ਉਹ ਚਲੇ ਗਿਆ। ਕਹਿੰਦੇ ਮੈਂ ਉਹਨੂੰ ਮੁੰਡੇ ਨੂੰ ਬੁਲਾਇਆ ਕਿ ਭਲਿਆ ਲੋਕਾਂ, ਮੈਂ ਤੈਨੂੰ ਕਿਹਾ ਸੀ ਤੂੰ ਉਹੀ ਗੱਲ ਕਰਤੀ। ਕਹਿੰਦੇ ਉਰੇ ਆ। ਉੱਥੇ ਉਹ ਪਾਣੀ ਦਾ ਤਲਾਅ ਜਿਹਾ ਸੀ। ਕਹਿੰਦੇ ਦੇਖ ਇਹਦੇ 'ਚ ਮੂੰਹ ਨਜ਼ਰ ਆਉਂਦਾ। ਕਹਿੰਦੇ ਹਾਂਜੀ। ਕਹਿੰਦੇ ਹੁਣ ਇਹਦੇ 'ਚ ਮੱਝਾਂ ਗਾਈਆਂ ਵਾੜਦੇ। ਉਹ ਜਿਹੜੇ ਮੱਝਾਂ ਗਾਈਆਂ ਵਾੜੀਆਂ, ਉਹ ਪਾਣੀ ਜਿਹੜਾ ਸੀ ਗੁਜ਼ਰ ਗਿਆ। ਕਹਿੰਦੇ ਹੁਣ ਦੇਸਾਂ ਆਖੇ ਮਾਰਾ ਹੁਣ ਤਾਂ ਨਹੀਂ ਚਿਹਰਾ ਦੀਦਾ। ਕਹਿੰਦੇ ਤੈਂ ਮੇਰੇ ਨਾਲ ਇਹ ਕੀਤੀ, ਫਿਰ ਮੈਂ ਤੈਨੂੰ ਕਿਹਾ ਸੀ ਹੋਤੀ ਮਰਦਾਨ ਸੰਤਾਂ ਦੇ ਪ੍ਰੇਮੀ, ਤੂੰ ਉਹ ਵਪਾਰੀ ਬੰਦੇ ਭੇਜਦੇ, ਉਹ ਜਿਉਂ ਦੁਨਿਆਵੀ ਗੱਲਾਂ ਉਹਨੇ ਛੇੜੀਆਂ ਤੇ ਉਹ ਸਾਡੇ ਭਜਨ 'ਚ ਬੜਾ ਵਿਘਨ ਪਿਆ ਵੀ ਮੱਝਾਂ ਗਈਆਂ ਸਾਡੇ ਅੰਦਰ ਵਾੜਤੀਆਂ, ਦੁਨਿਆਵੀ ਗੱਲਾਂ ਬਹੁਤ ਕਰ ਗਿਆ, ਟਾਈਮ ਵੇਸਟ ਕੀਤਾ। ਤੇ ਉਹ ਕਹਿੰਦੇ ਵੀ ਹੁਣ ਟਾਈਮ ਲੱਗੇਗਾ। ਇਸ ਤਰ੍ਹਾਂ ਸੰਤ ਸੀ, ਕਹਿੰਦੇ ਪਾਣੀ ਲਿਆ। ਉਹ ਪਾਣੀ ਨੂੰ ਕਹਿੰਦੇ ਮੈਂ ਪਾਣੀ ਗੁਜ਼ੜਿਆ, ਫੇਰ ਲਿਆ, ਫੇਰ ਦੇਖਿਆ ਸਾਫ਼ ਆ। ਕਹਿੰਦੇ ਇਸੇ ਤਰ੍ਹਾਂ ਮਾਨਿਆ ਇਹਦੇ ਅੰਦਰ ਵੀ ਹਾਂਜੀ ਗਰਦ ਪੈਦਾ ਹੋ ਜਾਂਦੀ ਆ, ਜਿਹੜੇ ਮੈਲਾ ਹੋ ਜਾਂਦਾ, ਬੁੱਧੀ ਮੈਲੀ ਹੋ ਜਾਂਦੀ, ਇਹਨੂੰ ਆਪ ਨੂੰ ਦੇਦਾ ਨਹੀਂ। ਤੇ ਜੇ ਵੇਟ ਕਰੀਏ, ਲੱਗੇ ਰਹੀਏ, ਫਿਰ ਹੌਲੀ ਹੌਲੀ ਸ਼ੁੱਧ ਹੋ ਜਾਂਦੀ ਹੈ, ਫਿਰ ਆਪਣਾ ਆਪ ਦਿਸਣ ਲੱਗ ਜਾਂਦਾ। ਉਹ ਫਿਰ ਸੰਤ ਕਹਿੰਦੇ ਵੀ ਇਸ ਤਰ੍ਹਾਂ ਜਦੋਂ ਬੰਦਾ ਤੁਰਦਾ ਆ, ਜ਼ਿੰਦਗੀ 'ਚ ਉਹਨੂੰ ਕਈ ਪ੍ਰੈਕਟੀਕਲ ਮਿਲਦੇ ਆ, ਪਰ ਜੇ ਇੱਧਰ ਸ਼ੌਕ ਹੋਵੇ ਤੇ ਜਿਹੜੇ ਆਮ ਬੰਦੇ ਆ ਉਹਨਾਂ ਦਾ ਤਾਂ ਇੰਨਾ ਹੀ ਆ, ਖਾ ਲਿਆ ਪੀ ਲਿਆ ਮੌਜ ਲੁੱਟ ਲਈ, ਉਹਨੂੰ ਤੇ ਧਿਆਨ ਹੈ ਹੀ ਨਹੀਂ। ਤੇ ਜਿਹੜਾ ਇਸ ਮਾਰਗ 'ਤੇ ਤੁਰਦਾ, ਤੇ ਕਬੀਰ ਸਾਹਿਬ ਕਹਿੰਦੇ
ਹਾਂਜੀ। ਵੀਰ ਜਬ ਕਿਸੇ ਜਾਣਿਓ ਨਹੀਂ ਤਬ ਸੁਖ ਨੀਂਦ ਵਿਹਾਏ, ਅਬ ਜੋ ਪੂਜਾ ਪੂਜਣਾ ਪੂਰੀ ਪੜੀ ਬੁਲਾਏ। ਕਹਿੰਦੇ ਜਦੋਂ ਇੱਧਰ ਕੋ ਨਹੀਂ ਸੀ ਜਾਣਦੇ ਤੇ ਖਾ ਲਿਆ ਪੀ ਲਿਆ ਸੌ ਲਿਆ, ਇੰਨਾ ਕੀ ਸੀ। ਹੁਣ ਕਹਿੰਦੇ ਜਿੱਦਣ ਦੀ ਸਵਾਮੀ ਰਾਮਾਨੰਦ ਦੀ ਸੰਗਤ ਹੋ ਗਈ ਹੈ, ਵਿਚਾਰ ਪੈਦਾ ਹੋ ਗਈ ਹੈ, ਪੂਰੀ ਬਲਾ ਗਲ ਪੈ ਗਈ। ਇਹ ਮਤਲਬ ਹਰ ਗੱਲ ਬੜੀ ਗੰਭੀਰਤਾ ਨਾਲ ਸੋਚਣੀ ਪੈਂਦੀ ਹੈ ਕਿ ਆਹ ਗਲਤ ਨਾ ਹੋ ਜਾਏ ਨਾ ਹੋ ਜਾਏ। ਤੇ ਇਸ ਕਰਕੇ ਇਹ ਹੈ ਕਿ ਜਿੰਨਾ ਬਾਕੀ ਸੰਸਾਰ ਆ ਉਹਨਾਂ ਦਾ ਤਾਂ ਇੰਨਾ ਕੁ ਜੀਵਨ ਹੈ। ਤੇ ਜਿਹੜੇ ਫਿਰ ਪਰਮਾਰਥੀ ਬੰਦੇ ਆ ਉਹਨਾਂ ਨੂੰ ਜਿਵੇਂ ਸੂਲੀ ਉੱਪਰ ਖੇਲਣਾ, ਡਿੱਗੇ ਤਾਂ ਠਾਰਨਾ ਹੈ। ਸੂਲੀ ਦੇ ਖੇਲਣ ਵਾਲੀ ਗੱਲ ਹੈ ਨਾ। ਤੇ ਡਿੱਗ ਪਿਆ ਤੇ ਫਿਰ ਜਗ੍ਹਾ ਨਹੀਂ ਜੀ। 84 ਲੱਖ ਜੂਨਾ ਦਾ ਕੀੜਾ ਹੈਗਾ ਤੇ ਆਖਰੀ ਡੰਡੇ ਤੋਂ ਡਿੱਗ ਪਿਆ ਤੇ ਫਿਰ ਮੁੜ ਕੇ ਫਿਰ ਉਸੇ ਚੱਕਰ 'ਚ ਪੈ ਜਾਂਦਾ ਹੈ। ਤੇ ਇਸ ਕਰਕੇ ਫਿਰ ਕਹਿੰਦੇ ਵੀ ਜਿਹੜੇ ਸਿਆਣੇ ਬੰਦੇ ਆ ਕਿ ਉਹ ਤਾਂ ਹੀ ਫਿਰ ਸੰਗਤ ਦਾ ਬਲ ਰੱਖਦੇ ਆ। ਚੰਗੀ ਸੰਗਤ ਜਿਹੜੀ ਗੁਰਮੁਖਾਂ ਦੀ ਆ, ਮਨ 'ਚ ਫਿਰ ਢਿੱਲ ਨਹੀਂ ਪੈਂਦੀ। ਤੇ ਜੇ ਸੰਗਤ ਛੱਡ ਜਾਓ ਫਿਰ ਹੌਲੀ ਹੌਲੀ ਮਨ ਜਿਹੜਾ ਹੈ ਆਪਣੀ ਆਦਤ 'ਤੇ ਮਜਬੂਰ ਹੋ ਜਾਂਦਾ। ਤੇ ਇਸ ਕਰਕੇ ਫਿਰ ਇਹ ਆ ਕਿ ਗੁਰੂ ਮਹਾਰਾਜ ਨੇ ਇਹ ਸੰਗਤ ਦਾ ਪੱਖ ਜਿਹੜਾ, ਸੰਗਤ ਦਾ ਮਤਲਬ ਇਹ ਨਹੀਂ ਬਹੁਤੇ ਲੋਕਾਂ ਦਾ ਇਕੱਠ ਆ। ਸੰਗਤ ਦਾ ਮਤਲਬ ਇਹ ਭਾਈ ਗੁਰਦਾਸ ਇੱਕ ਸਿੱਖ, ਦੋਏ ਸਾਧ ਸੰਗਤ, ਪੰਜੀ ਪਰਮੇਸ਼ਰ। ਇੱਕ ਸਿੱਖ ਜਿਹੜਾ ਗੁਰੂ ਦੀ ਸਿੱਖਿਆ ਧਾਰਨ ਵਾਲਾ, ਦੋ ਹੋਣ ਸੰਗਤ। ਇਹ ਪੰਜ ਮਿਲ ਜਾਣ ਸਿੱਖਿਆ ਵਾਲੇ ਸਮਝੋ ਕਿ ਪਰਮੇਸ਼ਰ ਦਾ ਰੂਪ ਹੀ ਆ। ਪਰਮੇਸ਼ਰ ਵੀ ਸਾਖਿਆਤ ਹੁੰਦਾ। ਤੇ ਇਸ ਕਰਕੇ ਉਹ ਕਹਿੰਦੇ ਵੀ ਬਾਬਾ ਜੀ ਨੇ ਮੈਨੂੰ ਉਸ ਵੇਲੇ ਕਹਿਣ ਦੇ ਵੇਲੇ ਤੈਨੂੰ ਸੋਚਿਆ ਹੈ ਕੋਈ ਬਚਨ ਮਿਲਾ ਦੱਸਦੇ ਆ, ਇਹਨਾਂ 'ਤੇ ਤੁਰਿਆ ਕਰੀ। ਕਿਉਂਕਿ ਇਸ ਤਰ੍ਹਾਂ ਜਿਵੇਂ ਕੋਈ ਨਾ ਕੋਈ ਘੇਰਾ ਬਣਾਉਣਾ ਹੀ ਪੈਂਦਾ, ਜਿਹਦੇ ਮੁਤਾਬਕ ਤੁਰਨਾ ਪੈਂਦਾ। ਹਾਂਜੀ। ਫਿਰ ਮੰਜ਼ਿਲ 'ਤੇ ਬੰਦਾ ਤੁਰਿਆ ਕਿਤੇ ਨਾ ਕਿਤੇ ਪਹੁੰਚ ਜਾਂਦਾ। ਜਿਵੇਂ ਹੁਣ ਆਪਾਂ ਜਾਂਦੇ ਹਾਂ ਅਤੇ ਉਹ ਸਾਰਾ ਹੁੰਦਾ ਰਾਹ 'ਚ ਆਊਗਾ, ਇੱਥੇ ਖਤਰੇ ਆ, ਇੱਥੋਂ ਬਚੀ ਇੱਥੋਂ ਬਚੀ। ਜਿਵੇਂ ਅੱਜ ਕੱਲ੍ਹ ਤਾਂ ਹੁਣ ਗੱਡੀ 'ਚ ਵੀ ਉਹ ਐਸੇ ਯੰਤਰ ਲੱਗ ਗਏ, ਉਹ ਸਾਰਾ ਦੱਸੀ ਜਾਂਦੇ ਆ ਕਿ ਨਹੀਂ। ਅਤੇ ਇਸੇ ਤਰ੍ਹਾਂ ਹੀ ਆ ਕਿ ਮਨ ਨੂੰ ਵੀ ਸਿਹਤ 'ਤੇ ਲਿਆਉਣ ਲਈ ਇਹ ਯੰਤਰ ਫਿੱਟ ਕਰਨੇ ਪੈਂਦੇ ਆ। ਹਾਂਜੀ। ਮਨ ਇਸ਼ਾਰੇ ਤੋਂ ਮਨ ਕਰਦਾ ਰਹਿੰਦਾ ਪਿਆ, ਗਲਤ ਕਰਦਾ ਰਿਹਾ। ਉਹ ਅੰਦਰੋਂ ਆਤਮਾ ਕਹਿੰਦੀ ਹੈ ਵੀ ਤੂੰ ਗਲਤ ਚੱਲਿਆ ਜੀ। ਇਹ ਕਈ ਵਾਰੀ ਫਿਰ ਆਤਮਾ ਤੋਂ ਪਰਵਾਰਾ ਹੋ ਕੇ ਆਪਣੀ ਮਰਜ਼ੀ ਕਰਨ ਲੱਗ ਜਾਂਦਾ। ਕਿਉਂ ਇਹਦੇ ਉੱਤੇ ਕੋਈ ਸੰਗਤ ਦਾ ਪ੍ਰਭਾਵ ਇੰਨਾ ਹੋ ਗਿਆ ਕਿ ਉੱਧਰ ਫਿਰ ਜਾਂਦਾ। ਹਾਂਜੀ। ਅਤੇ ਇਸ ਕਰਕੇ ਫਿਰ ਉਹ ਮਨ ਅੰਦਰੋਂ ਕੋਈ ਵੀ ਕਰੋ, ਜੇ ਕੋਈ ਗਲਤੀ ਹੁੰਦੀ ਨਾ ਅੰਦਰੋਂ ਤੁਹਾਡੀ ਰੂਹ ਵਾਰ-ਵਾਰ ਫਟਕਾਰ ਪਾਉਂਦੀ ਰਹਿੰਦੀ ਹੈ ਕਿ ਇਸ ਵੇਲੇ ਤੂੰ ਗਲਤ ਕੀਤਾ ਸੀ। ਅੰਦਰੋਂ ਦੱਸਦੀ ਰਹਿੰਦੀ ਹੈ, ਕਰਨ ਵੇਲੇ ਵੀ ਰੋਕਦੀ ਹੈ। ਇਹ ਫਿਰ ਉਹ ਸੰਗਤ ਦਾ ਐਸਾ ਪ੍ਰਭਾਵ ਆ ਕਿ ਉਹ ਲੱਗ ਪੈਂਦਾ, ਉੱਧਰ ਨੂੰ ਤੁਰਿਆ ਜਾਂਦਾ। ਜੇ ਤਾਂ ਉਸ ਵੇਲੇ ਆਤਮਾ ਦੀ ਆਵਾਜ਼ ਸੁਣ ਕੇ ਛੱਡ ਜਾਏ, ਇਹ ਤਾਂ ਬਚ ਗਿਆ। ਅਤੇ ਜੇ ਨਹੀਂ ਸੁਣਦਾ, ਹਾਂਜੀ, ਫਿਰ ਗਲਤੀ ਕਰਦਾ। ਫਿਰ ਇੱਕ ਗਲਤੀ ਛਪਾਉਣ ਲਈ ਦੂਈ ਤੀਹ ਗਾਂਹ 'ਤੇ ਗਾਂਹ ਤੁਰਿਆ ਜਾਂਦਾ। ਫਿਰ ਮਨ ਮੈਲਾ ਜ਼ਿਆਦਾ ਹੋ ਜਾਂਦਾ, ਫਿਰ ਇਹ ਮੰਨਦਾ ਨਹੀਂ ਜੀ, ਇਹ ਹੱਠ ਬਿਰਤੀ ਕਰਦਾ। ਅਤੇ ਜਿਨ੍ਹਾਂ ਦਾ ਮਨ ਸ਼ੋਧਿਆ ਉਹ ਤੋਂ ਉਸ ਵੇਲੇ ਮੰਨ ਜਾਂਦੇ। ਹੁਣ ਘੱਟ ਤੇ 85,000 ਦਾ ਸੀ, ਹੁਕਮ ਵੀ ਸਾਰਿਆਂ ਨੂੰ ਹੀ ਸੀ। ਹੁਣ ਇਹ ਸਾਰੇ ਕਹਿੰਦੇ ਮਹਾਰਾਜ ਦਾ ਹੁਕਮ ਮੰਨਣਾ ਚਾਹੀਦਾ, ਪਰ ਮੰਨਿਆ ਪੰਜਾਂ ਨੇ। ਜਿਹੜਾ ਹੁਕਮ ਹੋਇਆ ਸੀ ਉਹ ਆਵਾਜ਼ ਥੋੜ੍ਹੀ ਮਾਰੀ ਦਇਆ ਹੈ ਤੂੰ ਆ ਜਾ, ਧਰਮਿਆ ਤੂੰ ਆ ਜਾ। ਹੁਕਮ ਤਾਂ ਓਪਨ ਹੀ ਸੀ, ਹੁਕਮ ਓਪਨ ਸੀ। ਪਰ ਜਿਨ੍ਹਾਂ ਨੇ ਹੁਕਮ ਮੰਨ ਲਿਆ ਉਹ ਫਿਰ ਪਟਕਾ ਲੈ ਗਿਆ। ਉਹ ਪਟਕਾ ਲੈ ਗਿਆ। ਫਿਰ ਬਾਬਾ ਜੀ ਜਿਹੜੀ ਸਾਖੀ ਦਾ ਜਿਹੜਾ ਮੂਲ ਮੰਤਵ ਹੈ ਉਹ ਤਾਂ ਫਿਰ ਟੋਟਲੀ ਮਨ ਦੇ ਨਾਲ ਸੰਬੰਧਿਤ ਹੈਗੀ ਗੱਲ ਸਾਰੀ ਹੈ ਨਾ। ਹਾਂਜੀ। ਮਨ ਦੀ ਸੋਚ ਨੂੰ ਚੈਲੰਜ ਕਰਨਾ ਹੀ ਪਏਗਾ ਜੋ ਗਲਤ ਸੋਚਦਾ ਹੈਗਾ ਤਾਂ।
ਨਹੀਂ ਮਹਾਰਾਜ ਕਹਿੰਦੇ ਨੇ ਮਨ ਕੀ ਮਤ ਤਿਆਗੋ ਭਾਈ ਇਹ ਬਾਤ ਕਠਿਨੀ ਜੀ। ਮਨ ਦੀ ਮਾਤਾ ਛੱਡਣੀ ਪੈਣੀ ਆ ਜੀ ਗੱਲ ਹੈ ਕਠਿਨ ਪਰ ਉਸ ਵੇਲੇ ਫਿਰ ਆਪਾਂ ਨੂੰ ਜਿਨ੍ਹਾਂ ਦੀ ਮਨ ਬਲਵਾਨ ਆ ਉਹਨਾਂ ਨੂੰ ਤਾਂ ਸਹਾਇਤਾ ਲੈਣੀ ਪੈਂਦੀ ਨਾ ਜੀ ਬਾਬਾ ਜੀ। ਹਾਂਜੀ ਜੇ ਤਾਂ ਕਮਜ਼ੋਰ ਮਨ ਲਵਾਂਗੇ ਫਿਰ ਤਾਂ ਉੱਧਰ ਹੀ ਤੁਰਿਆ ਰਹਿਣਾ ਤੇ ਜਿਨ੍ਹਾਂ ਦੇ ਮਨ ਮਜ਼ਬੂਤ ਆ ਉਹਨਾਂ ਦੇ ਜਿਹੜੇ ਸਹਾਇਤਾ ਲੈਂਦਾ ਫਿਰ ਹੌਲੀ ਹੌਲੀ ਕੀਤੇ ਆਪਣਾ ਪ੍ਰਭਾਵ ਸ਼ੁਰੂ ਹੋ ਜਾਂਦਾ ਜੀ ਬਾਬਾ ਤੋ ਇਸ ਕਰਕੇ ਫਿਰ ਇਹ ਹੈ ਕਿ ਹੁਣ ਜਿਵੇਂ ਅੱਜ ਕੱਲ੍ਹ ਇਤਿਹਾਸ ਆ ਤੇ ਇਕੱਲੇ ਬਚਨ ਕਰਦੇ ਸੀ ਰੇਸ਼ਮ ਸੁਣੇ ਵੀ ਕੋਈ ਬੋਲ ਰਿਹਾ ਸੀ ਇਹ ਪੁਰਾਣੀਆਂ ਸਾਖੀਆਂ ਛੱਡ ਦੇਣੀਆਂ ਚਾਹੀਦੀਆਂ ਇਹ ਲੋਕ ਸ਼ੰਕਾ ਹੁੰਦੀ ਹੈ ਮੰਨਦੇ ਨਹੀਂ ਮੈਂ ਕਿਹਾ ਵਿਸਾਖੀ ਨਾ ਮਤਲਬ ਹੈ ਸਾਖ ਦਾ ਇੱਕ ਤਾਂ ਗਵਾਹੀ ਭਰਨੀ ਇੱਕ ਸਾਖੀ ਦ੍ਰਿਸ਼ਟਾਂਤ ਦੇ ਕੇ ਸਮਝਾਉਣਾ ਚਾਹੇ ਪੁਰਾਣੀ ਹੈ ਚਾਹੇ ਨਵੀਨ ਹੈ ਇੱਕ ਹਾਂਜੀ ਤੇ ਆਪਣੇ ਸਾਖ ਟਾਹਣੀ ਆ ਦਰਖਤ ਦੀ ਜੇ ਮੂਲ ਨਾਲੋਂ ਟਾਹਣੀਆਂ ਕੱਟ ਦਿਆਂਗੇ ਦਰਖਤ ਇੱਕ ਠੂਠ ਰਹਿ ਜਾਊਗਾ ਸ਼ਾਖਾਂ ਟਾਹਣੀ ਨਾਲ ਹੀ ਦਰਖਤ ਆ ਹਾਂ ਜੀ ਸਾਜਦਾ ਉਹਦੇ ਨਾਲ ਹੈ ਸ਼ਾਖਾ ਅੱਜ ਤਾਂ ਉਹਨਾਂ ਅੱਜ ਦਾ ਫੁੱਲ ਵੀ ਉਹਨੂੰ ਪੱਤੇ ਵੀ ਉਹਨੂੰ ਫਲ ਵੀ ਲੱਗੂਗਾ ਜੀ ਹਾਂਜੀ ਤੇ ਇਸ ਕਰਕੇ ਇਹ ਹੈਗੀਆਂ ਹੁਣ ਜਿਵੇਂ ਗੁਰੂ ਨਾਨਕ ਸਾਹਿਬ ਬਚਨ ਨਾਰੀ ਤੇ ਜੋ ਪੁਰਖ ਕਰਾਵਾ ਪੁਰਖਨ ਤੇ ਜੋ ਨਾਰੀ ਧਰਤੀ ਦੇ ਆਕਾਸ਼ ਚੜੇ ਆਕਾਸ਼ ਗਰਾਵਾ ਹੁਣ ਇੱਥੇ ਦੱਸਣਾ ਹੀ ਪਊਗਾ ਕੁੱਤਾ ਜੀ ਹਾਂਜੀ ਸਾਖੀ ਪੇ ਹੁਣ ਜਿਸ ਵੇਲੇ ਆਪਣੇ ਮੁਰਦਾ ਖਾਓ ਹਾਂਜੀ ਉਹ ਹੁਣ ਸੁਣਾਉਣੀ ਪਊਗੀ ਜੀ ਹਾਂਜੀ ਉਹ ਦੱਸਣੀ ਪਊਗੀ ਨਾ ਬਿਲਕੁਲ ਬਿਲਕੁਲ ਹਾਂਜੀ ਇਹਨਾਂ ਦੱਸਿਆ ਕਿਵੇਂ ਹੋਊਗਾ ਵੀ ਜਿਵੇਂ ਹੁਣ ਬਾਣੀ 'ਚ ਹੀ ਆਉਂਦਾ ਰੋਇਆ ਅਮਨ ਕਾਲਾ ਭਇਆ ਸੀਤਾ ਲੰਝ ਛੜ ਗਿਆ ਜੀ ਤੇ ਜੇ ਉਹ ਸਾਖੀ ਨਹੀਂ ਦੱਸਾਂਗੇ ਕਿਵੇਂ ਖੁੱਲੂਗਾ ਹਾਂਜੀ ਫਿਰ ਗੌਤਮ ਨਾਰੋਮਾ ਪਤ ਸੁਆਮੀ ਉਹ ਸਾਖੀ ਗੌਤਮ ਦੀ ਨਹੀਂ ਦੱਸਾਂ ਕਿਵੇਂ ਉਹ ਅਰਥ ਖੁੱਲੂਗਾ ਪੜ੍ਹਾਉਣੀ ਪਊਗੀ ਬਿਲਕੁਲ ਹਾਂਜੀ ਤੇ ਬਾਲਮੀਕੀ ਹੋਆ ਸਾਧ ਸੰਗਤ ਨੂੰ ਹੁਕਮ ਮਿਲਿਆ ਹਰ ਨ ਸੰਗ ਸਾਖੀ ਸੁਣਾਉਣੀ ਪਊਗੀ ਜੀ ਹਾਂਜੀ ਫਿਰ ਗੁਰੂ ਅੰਗਦ ਸਾਹਿਬ ਜਿਵੇਂ ਮਹਾਰਾਜ ਸ਼ਰਨ ਆਏ ਆ ਹਾਂਜੀ ਤੇ ਗੁਰੂ ਅਮਰਦਾਸ ਪਹਿਲਾਂ ਕਿੰਨੀ ਵਾਰੀ ਗੰਗਾ ਗਏ ਫਿਰ ਮਹਾਰਾਜ ਸੰਗਤ ਮਿਲੀ ਉਹ ਸਾਖੀ ਸੁਣਾਵਾਂਗੇ ਤਾਂ ਹੋਊਗਾ ਸਾਖੀ ਛੱਡ ਕੇ ਕਿਵੇਂ ਹੋਊ ਇਹ ਸੰਮਣ ਮੂਸਣ ਦਾ ਪ੍ਰਸੰਗ ਆ ਜੇ ਕਹੀਏ ਵੀ ਇਹ ਕਿਵੇਂ ਹੋ ਸਕਦਾ ਕਿਵੇਂ ਸਿਰ ਜੁੜ ਗਿਆ ਕਿ ਹੁਣ ਬਾਣੀ 'ਚ ਲਿਖਿਆ ਸਮਣ ਜੋ ਅਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਠ ਰਾਵਣ ਹੋਤੇ ਸੁਰਾ ਫਰਾਂਕ ਨੇ ਜੇਰ ਸਿਰ ਦੇ ਟੰਕਾਟ ਇਹ ਫਿਰ ਪੰਗਤੀ ਦਾ ਅਰਥ ਕਿਵੇਂ ਹੋਊ ਕਿ ਹੁਣ ਰਾਵਣ ਕੰਗਾਲ ਤਾਂ ਹੈ ਨਾ ਸੋਨੇ ਦੀ ਲੰਕਾ ਸੀ ਕਹਿੰਦੇ ਫਿਰ ਹੁਣ ਸ਼ਿਵ ਜੀ ਨੂੰ ਆਪਣੇ ਸੀਸ ਭੇਟ ਕੀਤੇ ਹਾਂਜੀ ਸਾਂਟਵੇਂ ਨੇ ਤੇ ਜੇ ਮਾਇਆ ਨਾਲ ਹੀ ਕਹਿੰਦੇ ਹੋ ਜਾਂਦਾ ਬਦਲ ਤੇ ਫਿਰ ਸਿਰ ਵੱਢ ਕੇ ਕਿਉਂ ਦਿੰਦਾ ਹਾਂਜੀ ਹੁਣ ਸੰਮਣ ਮੂਸਣ ਦਾ ਪ੍ਰਸੰਗ ਹੈ ਉੱਥੇ ਦੱਸਣਾ ਪਊ ਜੇ ਕਹੀਏ ਵੀ ਲੋਕ ਕਹਿਣਗੇ ਕਿਵੇਂ ਹੋ ਗਿਆ ਇਹਦਾ ਮਤਲਬ ਹੁਣ ਬਾਣੀ ਛੱਡ ਦਈ ਹੈ ਹਾਂ ਜੀ ਸਾਖੀਆਂ ਤਾਂ ਸੁਣਾਉਣੀਆਂ ਪੈਣਗੀਆਂ ਸੁਣ ਸਾਖੀ ਮਨ ਜਪ ਪਿਆਰ ਅਜਾ ਮਨ ਉਧਰਿਆ ਕਹੇ ਇੱਕ ਵਾਰ ਪੇਜਾ ਮਲ ਕਿਵੇਂ ਉਧਰਿਆ ਉੱਥੇ ਸਾਖੀ ਸੁਣਾਉਣੀ ਪਊਗੀ ਪੇਜਾ ਮਲ ਕੌਣ ਸੀ ਕਿਵੇਂ ਉਧਰਿਆ ਸਾਖੀ ਤਾਂ ਸੁਣਾਉਣੀ ਪਊਗੀ ਹਾਂਜੀ ਇਹ ਵੀ ਥੱਲੇ ਦੀਆਂ ਸ਼ਾਖਾਂ ਹੀ ਆ ਜੀ ਬਾਬਾ ਜੀ ਜਿਹੜੀਆਂ ਆਪਣੀ ਹੋਂਦ ਬਣਾਉਣੀਆਂ ਚਾਹੁੰਦੀਆਂ ਪਰ ਉਹ ਹੋਂਦ ਹੈ ਨਹੀਂ ਉਹਨਾਂ ਦੀ ਇਸ ਕਰਕੇ ਉਹ ਸੈਪਰੇਟ ਕੁਛ ਨਾ ਕੋਈ ਇਸ਼ੂ ਜਿਹੜਾ ਹੈਗਾ ਉਹ ਆਪਣਾ ਆਪਣੇ ਅੰਦਰ ਸ਼ਰਧਾ ਭਗਤੀ ਹੈ ਨਹੀਂ ਹਾਂ ਬਸ ਕੋਈ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੁਣ ਦੇਖੋ ਮਹਾਰਾਜ ਨੇ ਖੇਤੀ ਹਰੀ ਭਰੀ ਕੀਤੀ ਆ ਹਾਂ ਜੇ ਕਹੀਏ ਵਿਆਜ ਦਾ ਬੱਚਾ ਨਹੀਂ ਮੰਨਦਾ ਹਾਂਜੀ ਤੇ ਬੱਚਿਆਂ ਨੂੰ ਨਹੀਂ ਮੰਨਦਾ ਤੇ ਫਿਰ ਤੁਸੀਂ ਸਿਆਣੇ ਕਿਹੜਾ ਯਕੀਨ ਕਰਦੇ ਆ ਐਕਚੁਅਲੀ ਸਿਆਣ ਨਾ ਹੀ ਕਰਦੇ ਕਰਕੇ ਬੱਚਿਆਂ ਦੀ ਆਵਾਜ਼ ਜਿਹੜੀ ਉੱਥੇ ਤੱਕ ਲੈ ਕੇ ਆਉਂਦਾ ਹੈਗਾ ਤੇ ਇਸ ਕਰਕੇ ਹੁਣ ਦੇਖੋ ਕੋਈ ਵੀ ਚੀਜ਼ ਹੈਗੀ ਆ ਜਿਹੜਾ ਸਮਰੱਥ ਆ ਉਹ ਜੋ ਮਰਜ਼ੀ ਕਰ ਸਕਦਾ ਜੀ ਹਾਂਜੀ ਹੁੰਦਾ ਆਇਆ ਹੁਣ ਤੱਕ ਹੁਣ ਦੇਖੋ ਨੇਮਿਆ ਉਹ 'ਚ ਕੌੜਾਪਨ ਕਿਉਂ ਰੱਖਿਆ ਮਿਰਚ ਆ ਕਮਾਦ ਆ ਤੇ ਨੇਮੇ ਉਹ ਦੋਨੋਂ ਇਕੱਠੇ ਇੱਕੋ ਹੀ ਧਰਤੀ ਹੈ ਕੋਈ ਪਾਣੀ ਹੈ ਉਹ ਕੌੜੀ ਹੁੰਦੀ ਆ ਉਹ ਮਿੱਠਾ ਹੁੰਦਾ ਹਾਂਜੀ ਤੇ ਮਿੱਠਾ ਕੌੜਾ ਦੋਨੋਂ ਜਿਹੜੇ ਆ ਪੈਦਾ ਤੋਂ ਨਹੀਂ ਕੀਤੇ
ਖਟਰਾ ਸਾਰੇ ਪੈਦਾ ਹੋਣ ਕੀਤੇ ਆ। ਤੇ ਇਸ ਤਰ੍ਹਾਂ ਜਿਸ ਨੇ ਆ ਬ੍ਰਹਿਮੰਡ ਖੰਡ ਪਿੰਡ ਸਰੀਰ ਬਣਾਇਆ, ਹਾਂਜੀ, ਤੇ ਉਹ ਕੀ ਨਹੀਂ ਕਰ ਸਕਦਾ। ਹਰਾ ਭਰਨ ਜਾ ਕੇ ਨੇਤਰ ਕੋਲ ਵਾਲੀ ਗੱਲ ਆ। ਤੇ ਫਿਰ ਹੁਣ ਦੇਖੋ ਦਸਮ ਪਾਤਸ਼ਾਹ ਪੰਜਾਂ ਦੇ ਸੀਸ ਆ, ਫਿਰ ਉਹਨਾਂ ਨੂੰ ਕੀਤਾ। ਤੇ ਜਿਹੜੇ ਹੁਣ CID ਦੇ ਉਹ ਤਾਂ ਮੰਨਣ ਡਿਆ ਤੇ ਸਾਡਾ ਯਕੀਨ ਨਹੀਂ। ਹਾਂਜੀ, ਫਿਰ ਹੁਣ ਜਿਵੇਂ ਆਉਂਦਾ ਮਿਰਤਕ ਜੀਵਾਲਨ ਭੂਖਿਆ ਦੇਵਤਾ ਬਾਬੇ ਅਟਲ ਦੇ ਪ੍ਰਸੰਗ ਵੀ ਆ। ਫਿਰ ਬਾਬੇ ਗੁਰਦਿੱਤੇ ਜੀ ਦਾ ਵੀ ਹੈਗਾ। ਫਿਰ ਭਾਈ ਜੀਵਨ, ਹਾਂਜੀ, ਸਰੀਰ ਤਿਆਗ ਹੈ ਤੇ ਉਧਰ ਉਹਨਾਂ ਦਾ ਜਿੰਦਾ ਹੋ ਗਿਆ। ਫਿਰ ਤੇਜੇ ਤਾਪ ਵਾਲਾ ਗੁਰੂ ਅਮਰਦਾਸ ਵੇਲੇ ਉਹ ਜਿੰਦਾ ਹੋਇਆ। ਹਾਂਜੀ, ਮਹਾਰਾਜ ਨੇ ਇਹ ਵੀ ਕਿਹਾ ਵੀ ਜਾਤੇ ਸਾਡਾ ਸਰੀਰ ਆ ਨੌਜਵਾਨ ਕਿਸੇ ਮਾਪੇ ਦੇ ਸਾਹਮਣੇ ਨਹੀਂ ਹੋਊਗਾ। ਹਾਂਜੀ, ਫਿਰ ਲੋਕ ਰੋਣਗੇ ਤੇ ਮਹਾਰਾਜ ਹੋ ਜਾਏ। ਤੇ ਇਸ ਤਰ੍ਹਾਂ ਇੱਕ ਮਤਲਬ ਪ੍ਰਸੰਗ ਨਹੀਂ ਹੈ ਬਹੁਤ ਜਿੱਥੇ ਆਪਾਂ ਕਹਾਂਗੇ ਵੀ ਇਹਨਾਂ ਸਾਖੀਆਂ ਨੂੰ ਛੱਡ ਦਈਏ। ਲੋਕ ਕਹਿਣਗੇ ਤਰਕ ਕਰਦੇ ਆ। ਲੋਕਾਂ ਦੇ ਭੈ ਵਿੱਚ ਆ ਕੇ ਤੇ ਆਪਾਂ ਗੁਰੂ ਦਾ ਇਤਿਹਾਸ ਜਾਂ ਬਾਣੀ ਥੋੜ੍ਹੀ ਬਦਲ ਦਿਆਂਗੇ। ਦਰਅਸਲ ਮੈਂ ਇੱਕ ਚੀਜ਼, ਹੋ ਸਕਦਾ ਮੈਂ ਗਲਤੀ ਹੋਵਾਂ ਆਪਣੇ ਆਪ ਦੇ ਵਿੱਚ, ਅਜੇ ਤੱਕ ਤਾਂ ਬਹੁਤ ਗਿਣਤੀ ਜਿਹੜੀ ਹੈਗੀ ਆ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਹੈਗੀ ਆ। ਪਰ ਜਿਹੜੀ ਗੁਰੂ ਸ਼ਾਖ ਹੈ, ਗੁਰੂ ਦੀ ਆਇਡੈਂਟੀ ਹੈ, ਜੋ ਪੰਜਵੇਂ ਪਾਤਸ਼ਾਹ ਨੇ ਪੋਥੀ ਪ੍ਰਕਾਸ਼ ਸਮੇਂ ਕਿਹਾ, ਉਹ ਉੱਥੇ ਤੱਕ ਤੁਹਾਡੇ ਵਰਗੇ ਮਹਾਂਪੁਰਸ਼ ਹੀ ਤਕਰੀਬਨ ਭਾਵੇਂ ਇਹ ਆਸਾ ਰੱਖਦੇ ਹੋਗੇ। ਨਹੀਂ ਤਾਂ ਕੋਈ ਘਰ 'ਚ ਪ੍ਰਾਹੁਣਾ ਲੈ ਆਈਏ, ਉਹਨੂੰ ਸੜਾਉਣਾ ਹੋਵੇ ਤਾਂ ਕਾਇਦਾ ਮੰਜਾ ਵਗੈਰਾ ਸਾਰਾ ਵਧੀਆ ਟੋਲਦੇ ਆ। ਪਰ ਜਦੋਂ ਸਹਿਜ ਪਾਠ ਰੱਖਿਆ ਜਾਂਦਾ ਘਰ ਦੇ ਵਿੱਚ ਤਾਂ ਰਾਤ ਨੂੰ ਸੁੱਖ ਆਸਣ ਜਿਹੜਾ ਹੈਗਾ ਉਹ ਮੰਜੀ ਸਾਹਿਬ ਤੇ ਹੀ ਹੁੰਦਾ ਐਵਰੇਜਲੀ। ਉਹ ਇਸ ਤਰ੍ਹਾਂ ਜਿਹੜਾ ਹੈਗਾ ਨਾ ਜੀ, ਇਹ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਿ ਸੰਸਾਰ ਦੇ ਮਗਰ ਲੱਗ ਕੇ ਤੇ ਜਿਹੜੇ ਪ੍ਰੇਮੀ ਬੰਦੇ ਆ ਉਹ ਆਪਣਾ ਵਿਸ਼ਵਾਸ ਥੋੜ੍ਹੀ ਖਤਮ ਕਰਦੇ ਆ। ਹੁਣ ਆਮ ਬੰਦੇ ਦੀ ਹੁਣ ਖੋਪਰੀ ਲਈ ਹੋਵੇ ਸਾਖੀ ਆਪਾਂ ਸੁਣਾਉਂਦੇ ਹਾਂ ਭਾਈ ਤਾਰੂ ਸਿੰਘ ਦੀ, ਤੇ ਕੋਈ ਮੰਨਣ ਨੂੰ ਤਿਆਰ ਹੈ ਵੀ 21 ਦਿਨ ਉਹ ਜਿੰਦਾ ਰਹੂਗਾ। ਉਹ ਬਸ ਤੇ ਹੁਣ ਜਿਹੜਾ ਇਹ ਕੋਈ ਸਾਰਾ ਸੱਚ ਆ ਹੈ, ਵਿਰੋਧੀ ਵੀ ਮੰਨਦੇ ਆ। ਜਿਹੜੇ ਸਾਡੇ ਵਿਰੋਧੀ ਜਿਹਨੇ ਸਜ਼ਾ ਦਿੱਤੀ ਉਹ ਵੀ ਇਹ ਮੰਨਣ ਡਿਆ ਕੋਈ ਇਹ ਹੋਇਆ। ਤੇ ਇਸ ਕਰਕੇ ਅੱਜ ਕੱਲ੍ਹ ਵਿਸ਼ਵਾਸ ਦੀ ਕਮੀ ਹੋਣ ਕਰਕੇ ਲੋਕ ਇਹੋ ਜਿਹੀਆਂ ਗੱਲਾਂ ਕਿੰਤੂ ਪਰੰਤੂ ਕਰਦੇ ਆ। ਤੇ ਜਿਨ੍ਹਾਂ ਦਾ ਵਿਸ਼ਵਾਸ ਦ੍ਰਿੜ ਆ, ਹਾਂਜੀ, ਭੀਸ਼ ਪਿਤਾਮਾ ਜਿਹੜੇ ਆ ਉਹ ਕਿਹਾ ਵੀ ਮਹਾਰਾਜ ਤੁਸੀਂ ਬਾਲ ਜਤੀ ਐਡੇ ਹੁਣ ਦੱਖਣ ਸੂਰਜ ਆ ਤੇ ਉਤਰੈਣ ਆ। ਉਹ ਕਹਿੰਦੇ ਲੋਕ ਨੇ ਸਰੀਰ ਨਹੀਂ ਛੱਡਦੇ, ਬਾਣਾਂ ਦੀ ਸੇਜ ਤੇ ਪੈ ਰਹੇ ਆ। ਹਾਂਜੀ, ਪੁਰਾਣੇ ਪ੍ਰਸੰਗ ਪੜ੍ਹੋ, ਨਵੇਂ ਪੜ੍ਹੋ। ਜਿਹੜੇ ਪ੍ਰੇਮੀ ਹੁਣ ਦੇਖੋ ਦ੍ਰੋਪਦੀ ਆ, ਹੁਣ ਉਹਦਾ ਆਉਂਦਾ ਕਈ ਸਭਾ ਦੇ ਵਿੱਚ ਵਪੜਦ ਲੱਗੇ ਕਰਨ ਹੈ ਵੀ ਸਾਰੇ ਮਹਾਂਭਾਰਤ ਦਾ ਮੂਲ ਇੱਥੋਂ ਸ਼ੁਰੂ ਹੁੰਦਾ। ਸੱਤ ਬਿਲਕੁਲ ਮੂਲ ਮਹਾਂਭਾਰਤ ਸਾਰੀ ਇੱਥੇ ਖੜੀ ਆ, ਇੱਥੇ ਖੜੀ। ਹਾਂਜੀ, ਇਸ ਪ੍ਰਸੰਗ ਦੇ ਉੱਤੇ ਇੱਥੋਂ ਹੀ ਮਹਾਂਭਾਰਤ ਦਾ ਯੁੱਧ ਸ਼ੁਰੂ ਹੋਇਆ। ਹਾਂਜੀ, ਤੇ ਹੁਣ ਉਸ ਵੇਲੇ ਕ੍ਰਿਸ਼ਨ ਮਾਨ ਲਾਜ ਰੱਖੀ ਨਹੀਂ ਤੇ ਸਾਖੀ ਇਹ ਝੂਠੀ ਹੈ। ਰੱਖੀ ਆ ਜੀ। ਜੇ ਤਾਂ ਉਹ ਇਹਦੇ 'ਚ ਕਾਮਯਾਬ ਹੋ ਜਾਂਦੇ ਫਿਰ ਤਾਂ ਉਹ ਸਫਲ ਹੋ ਗਿਆ ਸੀ। ਹਾਂਜੀ, ਤੇ ਉੱਥੇ ਹੁਣ ਦੇਖੋ ਮਹਾਰਾਜ ਨੇ ਉਹਦੀ ਇੱਜ਼ਤ ਰੱਖੀ ਨਹੀਂ। ਰੱਖੀ ਭਗਤ ਨਾਮਦੇਵ ਆ, ਉਹਦਾ ਦੇਰਾ ਫਿਰਿਆ ਤੇ ਉੱਥੇ ਲਾਜ ਰੱਖੀ ਨਹੀਂ। ਰੱਖੀ ਆ ਜੀ। ਹਾਂਜੀ, ਫਿਰ ਕਬੀਰ ਦੀਆਂ ਮੁਸ਼ਕਾਂ ਬਣ ਕੇ ਗੰਗਾ ਵਿੱਚ ਸੁੱਟਿਆ। ਉਹ ਆਪ ਲਿਖ ਕੇ ਗਏ ਆ ਕਿ ਗੰਗ ਗਸਾਨ ਗੈਰ ਗੰਭੀਰ, ਹਾਂਜੀ, ਜੰਜੀਰਵਾਦ ਕਾ ਕਰੇ ਕਬੀਰ। ਦੇਰਾ ਤਾਂ ਅਜੇ ਖੜਾ ਵੀ ਹੈ ਜੀ, ਉਹ ਹੈ ਅਜੇ ਤਾਂ ਖੜਾ ਵੀ ਹੈ ਦੇਰਾ। ਹਾਂਜੀ, ਫਿਰ ਇਸ ਕਰਕੇ ਮਤਲਬ ਜਿਹੜੀਆਂ ਚੀਜ਼ਾਂ ਹੈਗੀਆਂ, ਜੇ ਹੁਣ ਕਹੀਏ ਵੀ ਸਾਖੀਆਂ ਨਹੀਂ ਸੁਣਾਉਣੀਆਂ ਚਾਹੀਦੀਆਂ ਤੇ ਫਿਰ ਆਪਣਾ ਕੀ ਮੂਲ ਰਹੂਗਾ। ਹਾਂਜੀ, ਹਰ ਚੀਜ਼ ਜਿਹੜੀ ਆ ਇਹ ਬੇਵਿਸ਼ਵਾਸੀ ਬੰਦੇ ਇਹੋ ਜਿਹੀਆਂ ਗੱਲਾਂ ਕਰਦੇ ਆ ਤੇ ਉਹਨਾਂ ਨੇ ਕਿਸੇ ਤੋਂ ਸਰਟੀਫਿਕੇਟ ਥੋੜ੍ਹੀ ਲੈਣਾ ਵੀ ਤੁਸੀਂ ਮੰਨੋਗੇ ਤਾਂ ਹੈਗਾ। ਹਾਂਜੀ, ਉਹ ਜਿਹੜੇ ਭਗਤ ਆ ਉਹਨਾਂ ਨੂੰ ਰੱਬ ਦੀ ਬਖਸ਼ਿਸ਼ ਮਿਲੀ ਹੋਈ, ਉਹਦੇ ਤੇ ਉਹ ਖੜੇ ਆ। ਇਸ ਕਰਕੇ ਫਿਰ ਬਾਬਾ ਜੀ ਨੇ ਉਹਨਾਂ ਨੂੰ ਵਚਨ ਦਿੱਤੇ ਸੀ, 7 ਵਚਨ ਦਿੱਤੇ। ਕਹਿੰਦੇ ਵੀ ਤੁਸੀਂ, ਹਾਂਜੀ, ਕਿਸੇ ਤੇ ਕਦੀ
ਤਰਕ ਬਤਰਕ ਨਹੀਂ ਕਰਨੀ। ਅੱਛਾ ਜੀ। ਗੁਰੂ ਦੇ ਬਚਨਾਂ ਤੇ ਵਿਸ਼ਵਾਸ ਕਰਕੇ ਤੇ ਆਪਣੇ ਭਜਨ ਸਿਮਰਨ 'ਚ ਲੱਗੇ ਰਹਿਣਾ, ਕਿਉਂਕਿ ਲੋਕ ਟੰਬ ਸਭੋਂ ਤੇ ਤੋਰਾ ਤਾਂ ਆਪਨ ਵਿਹੜੀ ਆਵੇ। ਇਹਦਾ ਵੀ ਲੋਕ ਲਾਈ ਤੋਂ ਉੱਪਰ ਉੱਠ ਕੇ ਫਿਰ ਬੰਦਗੀ ਹੁੰਦੀ ਹੈ, ਫਿਰ ਭਜਨ ਹੁੰਦਾ, ਫਿਰ ਗੁਰੂ ਵੱਲ ਤੁਰਿਆ ਜਾਂਦਾ। ਅਤੇ ਜੇ ਲੋਕਾਂ ਦੀਆਂ ਸੁਣਨ ਲੱਗ ਪਈਏ ਫਿਰ ਤਾਂ ਤੁਸੀਂ ਤੁਰੇ ਨਹੀਂ ਸਕਦੇ। ਉੱਥੇ ਤਾਂ ਫਿਰ ਹਾਂਜੀ ਇਹ ਸੰਸਾਰ ਨੂੰ ਪਿੱਠ ਦੇਣੀ ਪੈਣੀ, ਕਰਤਾਰ ਵੱਲ ਨਹੀਂ ਤੁਰਨਾ। ਹਾਂਜੀ ਹੁਣ ਜਿਹੜੇ ਡਰਾਈਵਰੀ ਕਰਦੇ ਹਾਂ, ਜਦੋਂ ਪਿੱਛੇ ਨੂੰ ਝਾਕਾਂਗੇ ਫਿਰ ਤਾਂ ਮਜਲ ਮੁੱਕਣੀ ਨਹੀਂ, ਫਿਰ ਤਾਂ ਅਗਾਂਹ ਦੇਖਣਾ ਪੈਣਾ, ਫਿਰ ਹੀ ਜਿੱਥੇ ਪਹੁੰਚ ਹੋਣਾ। ਅਗਾਂਹ ਨੂੰ ਉਤਰਾਂਗੇ ਪਿੱਛੇ ਫਿਰ ਨਾ ਮੋੜੜਾ, ਸਹਿਜ ਹੋਵੇ ਬਾਰ ਬੋੜ ਨਾ ਹੋਵੇ ਜਾਨਵੜਾ। ਅਤੇ ਜਿਹੜੇ ਤਰਕਾਂ ਬਤਰਕਾਂ ਦਲੀਲਾਂ ਵਕਾਲਤਾਂ 'ਚ ਪੈ ਗਿਆ, ਫਿਰ ਇਹ ਮਜਲ ਹੱਥ ਆਉਣ ਵਾਲੇ ਹੈ ਨਹੀਂ। ਇਹ ਕਿਵੇਂ ਹੋ ਗਿਆ, ਉਹ ਕਿਵੇਂ ਹੋ ਗਿਆ, ਉਹ ਕਰਨ ਵਾਲਾ ਸਭ ਕੁਛ ਹੀ ਕਰ ਲੈਂਦਾ। ਹਾਂਜੀ ਹਾਂਜੀ ਹਾਂਜੀ। ਹਾਂ ਹੁਣ ਤੂੰ ਸਰਟੀਫਿਕੇਟ ਲੈਣਾ ਕਿ ਨਹੀਂ ਹੈਂ, ਹੁਣ ਸਰਟੀਫਿਕੇਟ ਥੋੜ੍ਹੀ ਲੈਣਾ ਕਿਸੇ ਗੁਰਸਿੱਖ ਨੇ। ਹੈਂ ਬਾਬਾ ਦੀਪ ਸਿੰਘ ਨੂੰ ਫਿਰ ਸਰਟੀਫਿਕੇਟ ਲਊਂਗਾ, ਫਿਰ ਉਹ ਕਰਨ ਵਾਲਾ ਕਰ ਗਿਆ, ਕਰਾਉਣ ਵਾਲੇ ਕਰਾ ਲਿਆ। ਉਹ ਤਾਂ ਜਿੱਥੇ ਉਹ ਹੁਣ ਤਾਂ ਸਿਸਟਮ ਬਣਾਇਆ, ਚੱਲਣਾ ਹੀ ਚੱਲਣਾ। ਕਰਾਉਣ ਵਾਲੇ ਨੇ ਕਰਾ ਲਿਆ, ਕਰਨ ਵਾਲੇ ਨੇ ਕਰ ਲਿਆ। ਉਹਨਾਂ ਨੂੰ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਤੁਹਾਡੇ ਕਹੇ ਤੇ ਤਲੀ ਤੇ ਲੜਿਆ ਨਹੀਂ ਲੜਿਆ, ਉਹ ਕਰਨ ਵਾਲਾ ਕਰਕੇ ਦਿਖਾ ਗਿਆ। ਔਰ ਜੋ ਬਾਣੀ 'ਚ ਲਿਖਿਆ ਉਸ ਨੂੰ ਸਿੱਧ ਕਰਕੇ ਦਿਖਾਤਾ। ਜਦੋਂ ਪ੍ਰੇਮ ਖਿਰਨ ਕਾ ਚਾਓ ਸਿਰ ਤਰ ਤਲੀ ਗਲੀ ਮੁਰਿਆਓ, ਇਹ ਤਾਂ ਮਾਰਗ ਪੈਰ ਤਰੀਜਿਆ ਸਿਰ ਦੀਜਿਆ ਕਾਨੂੰਨ ਕੀ ਜੋ ਕਰਕੇ ਦਿਖਾਵਾ। ਅਤੇ ਗਾਂਹ ਵੀ ਜਿਹੜੇ ਅਗਰ ਚੱਲੀ ਜਾਣਾ ਬਾਬਾ ਜੀ। ਅਤੇ ਇਸ ਤਰ੍ਹਾਂ ਫਿਰ ਅੱਗੇ ਫਿਰ ਕਹਿੰਦੇ ਨਾ ਤੁਲਸੀ ਇਸ ਸੰਸਾਰ ਮੈਂ ਸਭ ਕੋ ਮਿਲੀਏ ਧਾਏ, ਨਾ ਜਾਣੇ ਕਿਸ ਰੂਪ ਮੈਂ ਨਾਰਾਇਣ ਮਿਲ ਰਿਹਾ ਹੈ। ਕਿ ਕੀ ਪਤਾ ਪਰਮੇਸ਼ਰ ਕਿਹਦੇ 'ਤੇ ਕਿਰਪਾ ਆ, ਕਿਹਦੇ ਦੁਆਰਾ ਕਿਰਪਾ ਹੋਣੀ ਕਿ ਹਾਂਜੀ ਬਖਸ਼ ਮਿਲਣੀ। ਦੂਜਾ ਵੀ ਉਹ ਕਹਿੰਦੇ ਵੀ ਆਪਣੇ ਭਜਨ ਬਾਣੀ ਆ, ਨਾਮ ਬਾਣੀ ਆ, ਜਿਹਦੇ ਨਾਲ ਪਿਆਰ ਸ਼ਰਧਾ ਭਗਤੀ ਰੱਖਿਓ, ਲੋਕਾਂ ਦੇ ਕਹਿਣ ਨਾਲ ਭਜਨ ਬਾਣੀ ਨਾਲ ਤਿਆਗ ਦਿਓ। ਹਾਂਜੀ ਦੁਨੀਆ ਨੂੰ ਤਾਂ ਕਾਂ ਵਾਲੀ ਚੁੰਝ ਲੱਗੀ ਹੈ, ਹਰੇਕ ਨੇ ਬੋਲੀ ਜਾਣੀ ਆ। ਸਾਰਾ ਸੰਸਾਰ ਕਾਂ ਕਰ ਰਿਹਾ, ਉਹਨਾਂ ਦੀਆਂ ਗੱਲਾਂ ਸੁਣਨ ਦੀ ਲੋੜ ਨਹੀਂ। ਤਗੜੇ ਹੋ ਕੇ ਤੇ ਤੁਸੀਂ ਆਪਣੀ ਭਜਨ ਬਾਣੀ 'ਚ ਲੱਗੇ ਰਹੋ। ਫਿਰ ਕਹਿੰਦੇ ਵੀ ਕਿ ਅੰਮ੍ਰਿਤ ਵੇਲਾ ਜਿਹੜਾ ਨਾ ਜੀ ਉਹਦੀ ਕਦਰ ਕਰਿਓ। ਹੁਣ ਇਹ ਸਾਡੇ ਉੱਥੋਂ ਆਮ ਚਲੇ ਗਿਆ। ਅੰਮ੍ਰਿਤ ਵੇਲਾ ਉੱਠਣਾ ਵੇਲੇ ਪਰਿਵਾਰਾਂ 'ਚ ਹੈ, ਗੁਰਸਿੱਖਾਂ 'ਚ ਨਹੀਂ ਤਾਂ ਇੱਧਰ ਛੱਡੇ। ਅੰਮ੍ਰਿਤ ਵੇਲਾ ਛੱਡਤਾ, ਨਹਾਉਣਾ ਛੱਡਤਾ, ਸਿਮਰਨ ਸਤਸੰਗ ਛੱਡਤਾ। ਇਹ ਕਹਿੰਦੇ ਇਹਦੀ ਕਦਰ ਕਰਿਓ। ਫਿਰ ਕਹਿੰਦੇ ਚੌਥਾ ਵਚਨ ਦਿੱਤਾ ਹੈ ਕਿ ਹਰ ਇੱਕ ਦਾ ਭਲਾ ਸੋਚਿਓ। ਜਦੋਂ ਹਰੇਕ ਦਾ ਕਰੋਗੇ ਤੁਸੀਂ ਵੀ ਹਰੇਕ ਦੇ ਵਿੱਚ ਹੀ ਆ। ਤੁਹਾਡਾ ਆਪਣਾ ਵਿੱਚ ਹੀ ਆ ਗਿਆ। ਅਤੇ ਬੰਦਾ ਆਪੋ ਆਪਣਾ ਤਾਂ ਸੋਚਦਾ, ਸਭ ਦਾ ਨਹੀਂ ਸੋਚਦਾ। ਜਦੋਂ ਸਭ ਦਾ ਸੋਚਣ ਵਾਲੀ ਭਾਵਨਾ ਬਣ ਗਈ ਫਿਰ ਏਕਤਾ ਪੈਦਾ ਹੋ ਗਈ। ਜਿਹੜੇ ਏਕਤਾ ਆ ਗਈ ਮਨ ਸ਼ਾਂਤ ਹੋ ਗਿਆ। ਦਵੈਸ਼ ਵਿੱਚ ਹੀ ਮਨ ਸ਼ਾਂਤ ਆ। ਜਿਹੜੇ ਏਕਤਾ ਆ ਜਾਂਦੀ ਹੈ ਮਨ ਸ਼ਾਂਤ ਹੋ ਜਾਂਦਾ। ਰੌਲਾ ਸਾਰਾ ਦਵੈਸ਼ ਦਾ ਹੀ ਆ, ਝਗੜਾ ਜਿੰਨਾ ਮਨ ਹੈ ਹੀ ਐਕਚੁਅਲੀ ਦਵੈਸ਼ ਦੀ। ਇਸ ਕਰਕੇ ਇਹ ਆ ਵੀ ਜਿਹੜਾ ਹੈਗਾ ਫਿਰ ਕਹਿੰਦੇ ਜਿਹੜੇ ਗਰੀਬ ਆ ਨਾ ਉਹਨਾਂ 'ਤੇ ਹਮੇਸ਼ਾ ਤਰਸ ਕਰਿਓ। ਉਹਨਾਂ ਦੇ ਬਾਲਕ ਆ, ਬੁੱਢਾ ਆ, ਰੋਗੀ ਆ, ਭਾਵੇਂ ਪਸ਼ੂ ਪੰਛੀ ਵੀ ਆ, ਉਹਨਾਂ 'ਤੇ ਵੀ ਤਰਸ ਕਰਨਾ, ਦਇਆ ਵਾਲੀ ਭਾਵਨਾ ਮਹਾਂਪੁਰਸ਼ਾਂ ਦੀ ਰੱਖਣੀ ਚਾਹੀਦੀ ਹੈ। ਫਿਰ ਕਹਿੰਦੇ ਛੇਵਾਂ ਬਚਨ ਦਿੱਤਾ ਉਹਨੇ ਫਿਰ ਗੁਰੂ ਮਹਾਰਾਜ ਨੂੰ ਸਾਖਿਆਤ ਪ੍ਰਤੱਖ ਈਸ਼ਵਰ ਦਾ ਨਿਰੰਕਾਰ ਦਾ ਰੂਪ ਜਾਣਨਾ, ਉਹਨੂੰ ਮਨੁੱਖ ਕਰਕੇ ਨਹੀਂ ਜਾਣਨਾ। ਕਿ ਅੱਜ ਅਸੀਂ ਹੁਣ ਮਨੁੱਖ ਸਮਝਣ ਲੱਗ ਪਏ ਮਹਾਰਾਜ ਨੂੰ ਕਿ ਜਿਵੇਂ ਸਾਤੋਂ ਕੁਛ ਨਹੀਂ ਹੁੰਦਾ ਵੀ ਸ਼ਾਇਦ ਗੁਰੂ ਤੋਂ ਨਹੀਂ ਹੁੰਦਾ। ਹੁਣ ਗੁਰੂ ਸਰਬਾਗਿਆ, ਉਹ ਜੋ ਚਾਹੇ ਕਰ ਸਕਦਾ। ਹਾਂਜੀ ਹੁਣ ਉਹੀ ਸੀ ਮਹਾਰਾਜ ਨੇ ਕਿਹਾ ਸਿਖਰ ਪੈਰ ਸੂਰਜ ਬਸਤਰ ਧੋ ਕੇ ਲਿਆਓ। ਅਤੇ ਪਰ ਉਸ ਵੇਲੇ ਗੁਰੂ ਅੰਗਦ ਸਾਹਿਬ ਉਹਨਾਂ ਲਈ ਸਭ ਕੁਝ ਦਿਨ ਨੂੰ ਰਾਤ, ਰਾਤ ਨੂੰ ਦਿਨ ਬਣਾ ਸਕਦੇ ਆ। ਇਹ ਤਾਂ ਉਹਨਾਂ ਦੀ ਆਪਣੀ ਲੀਲਾ ਹੀ ਆ। ਇਸ ਕਰਕੇ ਕਹਿੰਦੇ ਗੁਰੂ ਪਰਮੇਸ਼ਰ ਏਕ ਹੈ, ਸਮੇਂ ਰਹਿ ਸਮਾਏ, ਉਹ ਨਸ਼ੀ ਪੁਰਖ ਹੈ, ਨਾ ਆਵੇ ਨਾ ਜਾਏ।
ਤੇ ਮਹਾਰਾਜ ਦੇ ਉੱਤੇ ਪੂਰਾ ਭਰੋਸਾ, ਪੂਰਾ ਵਿਸ਼ਵਾਸ ਚਾਹੀਦਾ। ਜਿਹੜੇ ਹੁਣ ਮਹਾਰਾਜ ਨੇ ਸ੍ਰੀ ਸਾਹਿਬ ਲੈ ਕੇ ਪਰਖ ਲਿਆ ਹੈ, ਬਾਕੀਆਂ ਦਾ ਸਿੱਧ ਕਰ ਗਿਆ ਨਾ, ਪੰਜਾਂ ਦਾ ਕਾਇਮ ਰਿਹਾ। ਜਿਨ੍ਹਾਂ ਦਾ ਕਾਇਮ ਰਿਹਾ ਉਹ ਪੰਜ ਪਿਆਰੇ ਬਣ ਗਏ, ਤੇ ਮਹਾਰਾਜ ਨੇ ਉਹਨਾਂ ਨੂੰ ਆਪਣੀ ਆਤਮਿਕ ਸ਼ਕਤੀ ਵੀ ਪੂਰੀ ਦੇ ਦਿੱਤੀ। ਅੱਜ ਵੀ ਸਿੱਖਾਂ 'ਚ ਪੰਜ ਪਿਆਰਿਆਂ ਦਾ ਕਿੰਨਾ ਸਤਿਕਾਰ ਪਿਆਰ ਆ ਔਰ ਰਹੇਗਾ। ਫਿਰ ਕਹਿੰਦੇ ਵੀ ਸਾਧ ਸੰਗਤ ਦੀ ਬਾੜ ਵਿੱਚ ਰਹਿਣਾ। ਇਹ ਸੰਗਤ ਇੱਕ ਕਿਲਾ ਆ, ਇਹਦੇ ਵਿੱਚ ਬੰਦਾ ਇਹ ਮਾੜੇ ਪਾਸੋਂ ਬਚਿਆ ਰਹਿੰਦਾ। ਇਹ 7 ਵਚਨ ਇਹਦੇ ਸੰਤਨ ਬਾਬਾ ਕਰਮ ਸਿੰਘ ਸਾਹਿਬ ਨੇ ਸੰਤ ਸੁੱਚਾ ਸਿੰਘ ਕਹਿੰਦੇ ਮੈਨੂੰ ਦਿੱਤੇ। ਫਿਰ ਸੁੱਚਾ ਸਿੰਘ, ਤੇਰਾ ਨਾਂ ਤਾਂ ਸੁੱਚਾ ਸਿੰਘ ਆ, ਫਿਰ ਜਦੋਂ ਤੂੰ ਇਹਨਾਂ ਬਚਨਾਂ ਦੀ ਕਮਾਈ ਕਰੇਗਾ ਤੇ ਅਸਲੀ ਸੁੱਚਾ ਬਣੇਗਾ, ਪਾਤਰ ਹੋ ਜਾਏਗਾ। ਹਾਂ, ਇਹ ਤੇਰੇ 'ਚ ਇਹ ਹੈ ਸਾਰੀ ਸੁਚਮਤਾਈ, ਪਵਿੱਤਰਤਾ ਜਿਹੜੀ ਆ ਪੈਦਾ ਹੋ ਜਾਏਗੀ। ਤੇਰੇ ਨਾਂ ਦੇ ਉੱਤੇ ਅਸੀਂ ਇਹ ਕਹਿੰਦੇ ਬਚਨ ਤੈਨੂੰ ਦੇ ਦਿੱਤੇ ਆ। ਜੇ ਤੂੰ ਨਾਂ ਤਾਂ ਮਾਂ ਪਿਓ ਨੇ ਸੁੱਚਾ ਰੱਖਿਆ, ਤੇ ਜੇ ਹੁਣ ਸੁੱਚਾ ਬਣਨਾ ਇਹਨਾਂ ਬਚਨਾਂ ਦੀ ਕਮਾਈ ਕਰੀ ਤੇ ਫਿਰ ਸੁੱਚਾ ਹੋ ਜਾਏਗਾ। ਉਹਨਾਂ ਨੇ ਵੀ ਕਮਾਈ ਕੀਤੀ, ਵਾਕਿਆ ਹੀ ਸੁੱਚੇ ਹੋ ਗਏ, ਪਵਿੱਤਰ ਹੋ ਗਏ। ਤੇ ਇਸ ਤਰ੍ਹਾਂ ਹੀ ਹੁਣ ਜਿਹੜੇ ਸਿਆਣੇ ਪੁਰਸ਼ਾਂ ਕੋਲ ਜਾਂਦੇ ਹਾਂ, ਹਾਂਜੀ, ਤੇ ਬਚਨ ਹਰ ਪਾਸੇ ਹੈ। ਬਚਨ ਵਿਗੜ ਜਾਂਦਾ ਰੌਲਾ ਆ, ਬਚਨ ਸਹੀ ਆ ਕੋਈ ਰੌਲਾ ਨਹੀਂ। ਘਰਾਂ 'ਚ ਲੈ ਲਓ, ਸਮਾਜ 'ਚ ਲੈ ਲਓ, ਸੰਸਥਾ 'ਚ ਲੈ ਲਓ, ਜਿਹੜੇ ਬਚਨ ਦੀ ਸਾਂਝ ਨਹੀਂ ਰਹਿੰਦੀ ਕਲੇਸ਼ ਖੜਾ ਹੋ ਜਾਂਦਾ। ਤੇ ਜੇ ਬਚਨ ਦੀ ਸਾਂਝ ਆ ਤੇ ਉਹ ਪਰਿਵਾਰ ਵੀ ਸਤਿਯੋਗ ਬਣ ਜਾਂਦਾ, ਸੰਸਥਾ ਵੀ ਸਤਿਯੋਗ ਬਣ ਜਾਂਦੀ ਹੈ, ਸਥਾਨ ਵੀ ਸਤਿਯੋਗ ਵਾਲੀ ਜਗ੍ਹਾ ਬਣ ਜਾਂਦੀ ਹੈ। ਤੇ ਅੱਜ ਹੁਣ ਕਲਯੁਗ ਦੇ ਵਿੱਚ ਇਹ ਆ ਵੀ 4 ਚੁਫੇਰੇ ਬਚਨ ਇੱਕ ਦਾ ਮੰਨਣ ਨੂੰ ਕੋਈ ਤਿਆਰ ਨਹੀਂ। ਹਾਂਜੀ, ਆਪਣਾ ਗਲਤ ਮੰਨਣ ਨੂੰ ਵੀ ਤਿਆਰ ਹੈ, ਦੂਏ ਦਾ ਸਹੀ ਮੰਨਣ ਨੂੰ ਤਿਆਰ ਨਹੀਂ। ਜਿਹਦੇ ਕਰਕੇ ਆ ਸਾਰੇ ਵਾਦ ਵਿਵਾਦ, ਚਾਹੇ ਦੇਸਾਂ ਦੇ ਝਗੜੇ ਆ, ਰਾਜ ਦੇ ਝਗੜੇ ਆ, ਸਮਾਜ ਦੇ ਝਗੜੇ ਆ, ਪਰਿਵਾਰ ਦੇ ਵਿਹਾਰ ਦੇ ਲੈਣ ਦੇਣ ਦੇ ਝਗੜੇ ਆ, ਉਹ ਇਹ ਹੈ ਨਾ ਬਚਨ ਦੀ ਸਾਂਝ ਜਿਹੜੀ ਉਹ ਖਤਮ ਹੋ ਗਈ। ਤੇ ਜਿੱਥੇ ਇਹ ਮਹਾਰਾਜ ਕਹਿੰਦੇ ਹਰਖਵਾਲ ਵਾਲੇ ਜਹੇਦਾਰ ਜੀ ਜਨਕ ਸਿੰਘ ਕਹਿੰਦੇ, ਜਨਕ ਸਿੰਘ ਅਸੀਂ ਤੁਹਾਡੇ ਲਈ ਸਤਿਯੁਗ ਬਣਾਇਆ, ਤੁਸੀਂ ਕਲਯੁਗ ਬਣਾਉਣਾ ਤੁਹਾਡੀ ਮਰਜ਼ੀ ਹੈ। ਕਹਿੰਦੇ ਤੁਹਾਨੂੰ ਕੋਈ ਲੰਗਰ ਪਾਣੀ ਦਾ ਫਿਕਰ ਹੈ? ਕਹਿੰਦੇ ਨਹੀਂ। ਕੋਈ ਕੱਪੜੇ ਲੀੜੇ ਆ? ਕਹਿੰਦੇ ਨਹੀਂ। ਕੋਈ ਸਾਬਣ ਤੇਲ ਦਾ? ਨਹੀਂ। ਕਹਿੰਦੇ ਹੋਰ ਕਿਸੇ ਚੀਜ਼ ਦਾ? ਕਹਿੰਦੇ ਕੋਈ ਨਹੀਂ। ਕਹਿੰਦੇ ਵੀ ਹੁਣ ਸੇਵਾ ਭਜਨ ਕਰੋ ਡਟ ਕੇ। ਤੇ ਜੇ ਵੋਟੀ ਦਾ ਝਗੜਾ, ਵੋਟੀ ਤੇ ਬੇਟੀ ਦਾ ਹੀ ਝਗੜਾ, ਹਾਂਜੀ ਹਾਂਜੀ ਹਾਂਜੀ, ਤੇ ਜਿਹੜੇ ਇਹ ਚੀਜ਼ਾਂ ਮਾਇਆ ਪਦਾਰਥਾਂ ਲਈ ਲੜੋਗੇ ਫਿਰ ਕਲੇਸ਼ ਹੈ। ਦਤਾ ਤੇਰੇ ਨੇ 24 ਗੁਰੂ ਧਾਰੇ ਨਾ। ਕਹਿੰਦੇ ਉਹ ਗਿਲਜ ਸੀ ਤੇ ਉਹਦੇ ਮੂੰਹ 'ਚ ਬੋਟੀ ਸੀ, ਉਹ ਦੂਜੀਆਂ ਗਿਲਜਾਂ ਵੀ ਠੂੰਗੇ ਮਾਰਦੀਆਂ ਸੀ। ਉਹ ਬੋਟੀ ਛੱਡ ਕੇ ਦੌੜ ਗਈ ਤੇ ਠੂੰਗੇ ਕੋਲੋਂ ਉੱਡ ਗਈ। ਤੇ ਅੱਜ ਜਿੰਨਾ ਝਗੜਾ ਹੈ ਸੰਸਾਰ ਦਾ ਉਹ ਇਹ ਹੀ ਆ ਵੀ ਇਹ ਖਾਈ ਜਾਂਦਾ ਮੈਨੂੰ ਨਹੀਂ ਮਿਲਿਆ। ਹਾਂ, ਚਾਹੇ ਧਾਰਮਿਕ ਤੌਰ 'ਤੇ ਲੜਾਈਆਂ ਹੋ ਰਹੀਆਂ, ਚਾਹੇ ਬਿਹਾਰ ਤੌਰ 'ਤੇ ਰਾਜਨੀਤੀ ਦੇ ਹੋ ਰਹੀਆਂ, ਉਹੀ ਸਿਸਟਮ, ਉਹ ਸਾਰਾ ਝਗੜਾ ਵੋਟੀ ਦਾ ਹੀ ਆ। ਹਾਂ, ਹੁਣ ਕ੍ਰਿਸ਼ਨ ਮਹਾਰਾਜ ਨੇ ਇਹ ਕਿਹਾ ਸੀ ਧਰਤਰਾਸ਼ਟਰ ਨੂੰ, ਦੇਖੋ ਤਾਂ ਜੀ ਇਹ ਪੁੱਤਾਂ ਭਤੀਜਿਆਂ ਦਾ ਕੋਈ ਬਹੁਤਾ ਫਰਕ ਨਹੀਂ ਹੁੰਦਾ, ਵੀ ਨਾਲੇ ਹੱਕ ਤਾਂ ਇਹਨਾਂ ਦਾ, ਵੀ ਤੁਸੀਂ ਹੁਣ ਪੁੱਤਾਂ ਦੇ ਮੋਹ 'ਚ ਪੈ ਗਏ, ਇਹਨਾਂ ਨੂੰ ਅੱਧਾ ਰਾਜ ਦੇ ਦਿਓ। ਅੱਧਾ ਨਹੀਂ, 500 ਪਿੰਡ ਦੇ ਦਿਓ, 500 ਨਹੀਂ 50 ਦੇ ਦਿਓ, ਹਾਂਜੀ 5 ਪਿੰਡ ਦੇ ਦਿਓ, ਇਹ ਵੀ ਰੋਟੀ ਖਾ ਲੈਣ ਵਿਚਾਰੇ। ਹਾਂਜੀ ਹਾਂਜੀ ਹਾਂਜੀ, 5 ਘਰਾਂ ਦੀ ਦੇ ਦਿਓ। ਹਾਂਜੀ, ਤੇ ਨਹੀਂ, ਕਹਿੰਦੇ ਸੂਈ ਦੇ ਨੱਕੇ ਜਿੰਨੀ ਵੀ ਹੈ ਨਹੀਂ। ਕਹਿੰਦੇ ਦੇਖ ਲਓ ਫਿਰ ਤਾਇਆ ਜੀ, ਟਾਈਮ ਨਿਕਲ ਜਾਂਦਾ ਹੁੰਦਾ, ਇਹ ਦੇਖ ਲਓ ਆ ਗਿਆ ਟਾਈਮ। ਇਸ ਕਰਕੇ ਇਹ ਹੈਗਾ ਕੋਈ ਜਿਹੜੇ ਇਨਸਾਨ ਕੋਲ ਸੱਤਾ ਆ ਜਾਂਦੀ ਉਹ ਸੱਤ ਨੂੰ ਭੁੱਲ ਜਾਂਦਾ। ਹਾਂਜੀ, ਤੇ ਜਿਹੜਾ ਫਿਰ ਸੱਤਾ ਪਾ ਕੇ ਸੱਤ ਨੂੰ ਚੇਤੇ ਰੱਖਦਾ ਉਹ ਤਾਂ ਸਮਝੋ ਵੀ ਮਹਾਰਾਜ ਦੀ ਉੱਤੇ ਮਿਹਰ ਹੈ। ਤੇ ਅੱਜ ਇਸ ਤਰ੍ਹਾਂ ਸੰਸਾਰ ਦੇ ਉੱਤੇ ਜਿੰਨੇ ਵੀ ਰਗੜੇ ਝਗੜੇ ਜਾਂ ਜੋ ਵੀ ਦਿਸ ਰਿਹਾ ਇਹੀ ਹੈ। ਪਰ ਜਿਹੜੇ ਉਹ ਗੁਰੂ ਪਿਆਰੇ ਆ ਉਹ ਫਿਰ ਕਹਿੰਦੇ ਵੀ
ਜੇ ਇਹਨਾਂ ਝਗੜਿਆਂ 'ਚ ਫਸਾਂਗੇ ਤੇ ਆਪਣਾ ਜਨਮ ਵਿਅਰਥ ਚੱਲ ਜਾਣਾ ਕਿ ਨਹੀਂ। ਤੇ ਤੁਸੀਂ ਲੱਗੇ ਰਹੋ ਆਪਣਾ, ਇਹਨਾਂ ਝਗੜੀ ਜਾਣ ਦਿਓ। ਹਾਂਜੀ, ਸੋ ਇਸ ਕਰਕੇ ਇਹ ਆ ਵੀ ਮਹਾਂਪੁਰਖਾਂ ਦੇ ਜਿਹੜੇ ਬਚਨ ਆ ਉਹ ਕਲਿਆਣਕਾਰੀ ਆ। ਹਾਂਜੀ, ਤੇ ਬਾਕੀ ਸੰਸਾਰ ਦਾ ਤੇ ਇਹ ਆ ਕਿ ਜਿੱਥੇ ਕਿਸੇ ਨੂੰ ਲਾਇਆ ਲੱਗਾ ਬਸ ਕਿਸੇ ਦੇ ਵੀ ਹੈ ਨਹੀਂ। ਪਰ ਜਿਹੜੇ ਗੁਰੂ ਪਿਆਰੇ ਆ ਉਹ ਕਹਿੰਦੇ ਬਾਦ ਵਿਵਾਦ 'ਚ ਪੈ ਕੇ ਟਾਈਮ ਵੇਸਟ ਆ, ਆਪਣਾ ਭਜਨ ਬਾਣੀ ਕਰਕੇ ਅੱਗਾ ਸਵਰ ਲੱਗੇ ਆ। ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਂਪੁਰਖਾਂ ਦੇ ਜਿਹੜੇ ਬਚਨ ਆ, ਹਾਂਜੀ, ਤੇ ਇਸ ਤਰ੍ਹਾਂ ਉਹਨਾਂ ਨੇ ਹੁਣ ਦੇਖਣਾ ਜਿਹੜਾ ਜਗਿਆਸੂ ਆਉਂਦਾ, ਹਾਂਜੀ, ਜਿਵੇਂ ਉਹਦਾ ਭਲਾ ਹੁੰਦਾ ਉਹਨੂੰ ਉਵੇਂ ਬਚਨ ਦੇ ਦਿੰਦੇ ਆ। ਹਾਂਜੀ, ਇਸ ਕਰਕੇ ਇਹ ਵੀ ਬਚਨ ਅਸੀਂ ਮੰਨ ਲਾਂਗੇ ਸਾਡੇ ਲਈ ਵੀ ਕਲਿਆਣਕਾਰੀ ਹੈ। ਹਾਂਜੀ, ਜਿਹੜਾ ਮੰਨ ਲੇਗਾ ਜੀ ਉਹਦਾ ਹੀ ਜਿਹੜਾ ਮੰਨ ਕਲਿਆਣ ਲੇਗਾ ਉਹਦਾ ਭਲਾ ਹੋ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ